ਸਤਿਨਾਮ। ਦੇਹ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਨਾ ਡਰੂੰ ਅਰਸਿਉ ਜਬ ਜਾਏ ਲਰੋਂ। ਨਿਸ਼ਚੇ ਕਰ ਆਪਣੀ ਜੀਤ ਕਰੋਂ। ਅਰ ਸਿੱਖ ਹਉ ਆਪਣੇ ਹੀ ਮਨ ਕੋ। ਇਹ ਲਾਲਚ ਹਉ ਗੁਣ ਤੋਂ ਉਚਰੋਂ। ਜਬ ਆਵ ਕਿ ਔਦਨ ਧਾਨ ਬਨੈ। ਆਤ ਹੀ ਰਣ ਮੈਂ ਤਬ ਜੂਝ ਮਰੋਂ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਸਹਿਜ ਮਿਲੈ ਮਿਲਿਆ ਪਰਵਾਣ। ਨਾ ਤਿਸ ਮਰਨ ਨਾ ਆਵਣ ਜਾਣ। ਸਹਿਜ ਮਿਲੈ ਮਿਲਿਆ ਪਰਵਾਣ। ਨਾ ਤਿਸ ਮਰਨ ਨਾ ਆਵਣ ਜਾਣ। ਠਾਕੁਰ ਮਹਿ ਦਾਸ ਦਾਸ ਮਹਿ ਸੋਏ। ਜਹ ਦੇਖਾ ਤਹ ਅਵਰ ਨਾ ਕੋਏ। ਗੁਰਮੁਖ ਭਗਤ ਸਹਿਜ ਘਰ ਪਾਈਐ। ਬਿਨ ਗੁਰ ਭੇਟੇ ਮਰ ਆਈਐ ਜਾਈਐ। ਗੁਰਮੁਖ ਭਗਤ ਸਹਿਜ ਘਰ ਪਾਈਐ। ਬਿਨ ਗੁਰ ਭੇਟੇ ਮਰ ਆਈਐ ਜਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਅੱਜ ਦਾ ਇਹ ਪਾਵਨ ਪਵਿੱਤਰ ਇਲਾਹੀ ਫਰਮਾਨ ਧਨਾਸਰੀ ਰਾਗ ਵਿੱਚ ਜੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਉਚਾਰੀਆਂ ਹੋਈਆਂ ਦੋ ਅਸਤਪਦੀਆਂ ਨੇ, ਇਹ ਦੂਸਰੀ ਅਸਤਪਦੀ ਹੈ। ਔਰ ਇਹ ਸਮੁੱਚੀ ਅਸਤਪਦੀ ਦਾ ਤਾਤਪਰਜ ਇਹ ਹੈ, ਗੁਰਮੁਖਾ ਪਰਮਾਤਮਾ ਦੇ ਪਾਸੇ ਤੁਰਦਿਆਂ ਕਾਹੜਾ ਨਾ ਪਿਆ ਕਰ। ਤੇਰੇ ਅੰਦਰ ਟਿਕਾ ਨਹੀਂ। ਦੂਸਰਾ ਕੇਵਲ ਤੇ ਕੇਵਲ ਪੋਥੀਆਂ ਦੇ ਗਿਆਨ ਨਾਲ, ਕਿਤਾਬਾਂ ਦੇ ਗਿਆਨ ਨਾਲ ਬਾਤ ਨਹੀਂ ਬਣਨੀ। ਜਿੰਨਾ ਚਿਰ ਗੁਰੂ ਦੀ ਰਹਿਮਤ ਨਾ ਹੋਈ, ਤੇਰਾ ਸੁਭਾਅ ਬਣ ਗਿਆ ਬਾਣੀ ਬਦਲਣ ਦਾ।
ਕਦੇ ਕੋਈ ਲਿਬਾਸ ਪਾ ਲਿਆ, ਕਦੇ ਕੋਈ ਲਿਬਾਸ ਪਾ ਲਿਆ। ਲਿਬਾਸਾਂ ਦੇ ਬਦਲਣ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਤੇਰੇ 'ਚ ਬਹੁਤ ਵੱਡੀ ਕਮਜ਼ੋਰੀ ਹੈ, ਤੂੰ ਇੱਕ ਥਾਂ ਤੇ ਟਿਕਦਾ ਨਹੀਂ। ਕਦੇ ਪੱਥਰਾਂ ਦੀ ਪੂਜਾ ਕਰਨ ਲੱਗ ਪੈਣਾ, ਕਦੇ ਤੀਰਥਾਂ ਤੇ ਭਟਕਣ ਲੱਗ ਪੈਣਾ। ਪੱਥਰਾਂ ਦੀ ਪੂਜਾ ਕਰਨ ਮਨ ਸਾਫ਼ ਨਹੀਂ ਹੋਣਾ। ਮਨ ਸਾਫ਼ ਕੇਵਲ ਤੇ ਕੇਵਲ ਗੁਰੂ ਕਰ ਸਕਦਾ ਹੈ। ਔਰ ਰਹੀ ਅਖਲਾਕ ਦੀ ਗੱਲ, ਗੁਰਮੁਖਾ ਉਸ ਪਰਿਪੂਰਨ ਪ੍ਰਮਾਤਮਾ ਦੀ ਵਿਚਾਰ ਕਰਨੀ, ਇਹ ਸਭ ਤੋਂ ਵੱਡਾ ਜ਼ਿੰਦਗੀ ਦਾ ਸ਼ੁਭ ਗੁਣ ਹੈ। ਔਰ ਉਹ ਪ੍ਰਮਾਤਮਾ ਪਹਿਲਾਂ ਵੀ ਸੀ, ਅੱਜ ਵੀ ਹੈ, ਤੇਰੀ ਸਾਰ ਲਵੇਗਾ। ਪਰ ਥੋੜਾ ਜਿਹਾ ਹੌਸਲਾ ਰੱਖ। ਇਹ ਸਾਰੀ ਦੀ ਸਾਰੀ ਅਸ਼ਟਪਦੀ ਦੇ ਮੇਨ ਅਰਥ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਉਹ ਵਿਚਾਰ ਕਰਾਂਗੇ। ਅੱਜ ਸਾਡੇ ਇਤਿਹਾਸ ਦਾ ਇੱਕ ਅਹਿਮ ਇਤਿਹਾਸਕ ਦਿਹਾੜਾ ਵੀ ਹੈ। ਪ੍ਰਬੰਧਕਾਂ ਦੇ ਕਹਿਣ ਮੁਤਾਬਕ ਉਹਦੀ ਵਿਚਾਰ ਕਰਨ ਦੀ ਵੀ ਮੇਰੀ ਡਿਊਟੀ ਹੈ। ਇਸ ਕਰਕੇ ਗੁਰੂ ਕੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਮੈਂ ਥੋੜੀ ਜਿਹੀ ਉਹਦੀ ਵੀ ਤੁਹਾਡੇ ਨਾਲ ਸਾਂਝ ਕਰ ਲਾਂ। ਆਪਾਂ ਮੁਕਤਸਰ ਸਾਹਿਬ 40 ਮੁਕਤਿਆਂ ਨੂੰ ਯਾਦ ਕਰਦੇ ਹਾਂ। ਗੁਰਮੁਖੋ, ਸਾਡੇ ਆਮ ਸਮਾਜ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਸਾਡੇ ਕੁਝ ਵਡੇਰਿਆਂ ਨੇ ਕਲਗੀਧਰ ਪਾਤਸ਼ਾਹ ਨੂੰ ਬਦਾਵਾ ਦਿੱਤਾ ਔਰ ਉਹ ਮੂੰਹ ਜ਼ਬਾਨੀ ਆਮ ਸਾਡੇ 'ਚ ਵੀ ਅਨੰਦਪੁਰ ਸਾਹਿਬ ਬਦਾਵਾ ਦਿੱਤਾ। ਇਹਦੇ 'ਚ ਕੋਈ ਵੀ ਸ਼ੱਕ ਵਾਲੀ ਨਹੀਂ ਵੀ ਅਨੰਦਪੁਰ ਸਾਹਿਬ ਤੋਂ ਵਡੇਰੇ ਨੱਸ ਕੇ ਆਏ। ਜਿਹੜਾ ਨੱਸ ਕੇ ਆਉਂਦਾ ਲਿਖ ਕੇ ਨਹੀਂ ਦਿੰਦਾ, ਉਹਦਾ ਨਿਸ਼ਾਨਾ ਹੁੰਦਾ ਵੀ ਦਾਲ ਲੱਗੇ ਤੇ ਖਿਸਕਾਂ। ਵਿਦਾਵਾ ਬਿਲਕੁਲ ਦਿੱਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਅੱਜ ਉਹ ਦਿਨ, ਅੱਜ ਮੁਕਤਸਰ ਸਾਹਿਬ ਇੱਕ ਬੜਾ ਮਹਾਨ ਸਮਾਗਮ ਹੋ ਰਿਹਾ ਹੈ। ਔਰ ਜੋ ਸ਼੍ਰੋਮਣੀ ਕਮੇਟੀ ਹੈ ਉਹਨਾਂ ਦੇ ਕੈਲੰਡਰ ਮੁਤਾਬਕ ਮੈਨੂੰ ਪ੍ਰਬੰਧਕਾਂ ਨੇ ਕਿਹਾ ਵੀ ਗਿਆਨੀ ਜੋ ਦਿਨ ਹੈ ਉਹਦੇ ਬਾਰੇ ਵੀ ਥੋੜੀ ਜਿਹੀ ਤੁਸੀਂ ਆਪਣੀ ਜੋ ਵਿਚਾਰ ਤੁਹਾਨੂੰ ਸਮਝ ਦਿਆ ਜੇ। ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਔਰ ਉਸ ਘੇਰੇ ਦੇ ਪੈਣ ਕਰਕੇ ਗੁਰਮੁਖੋ ਇੱਕ ਦਿਨ ਨਹੀਂ, 2 ਦਿਨ ਨਹੀਂ, 8 ਮਹੀਨੇ ਜਿਹੜੇ ਪਹਾੜੀ ਰਾਜੇ ਸਨ ਔਰ ਦਿੱਲੀ ਦੀ ਸਰਕਾਰ ਸੀ, ਉਹਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ। ਸਪਲਾਈ ਟੁੱਟ ਗਈ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਘੋੜੇ ਵੀ ਭੁੱਖੇ ਮਰ ਗਏ, ਖਾਣ ਪੀਣ ਨੂੰ ਕੁਝ ਮਿਲਿਆ ਨਹੀਂ। ਔਰ ਉਸ ਸਮੇਂ ਭਾਵੇਂ ਦੁਨਿਆਵੀ ਖੁਰਾਕ ਤਾਂ ਨਹੀਂ, ਪਰ ਸਾਡੇ ਵਡੇਰਿਆਂ ਕੋਲ ਨਾਮ ਦਾ ਭੋਜਨ ਸੀ। ਦਿਲ ਕਾਇਮ ਹੈ। ਸੂਈਏ ਨੇ ਆਣ ਕੇ ਗੁਰਦੇਵ ਨੂੰ ਖਬਰ ਦਿੱਤੀ। ਉਹਦਾ ਨਾਮ ਭਾਈ ਜਾਲਮੂ ਸਿੰਘ ਕਰਕੇ ਲਿਖਿਆ ਹੈ। ਪਾਤਸ਼ਾਹ ਕੱਲ ਨੂੰ ਕੇਸਰੀ ਚੰਦ ਹੰਡੂਰੀਏ ਨੇ ਹਾਥੀ ਨੂੰ ਸ਼ਰਾਬ ਪਿਆ ਕਰਕੇ ਤੇ ਆਪਣੇ ਤੇ ਹਮਲਾ ਕਰਨਾ, ਲੋਹਗੜ੍ਹ ਦਾ ਦਰਵਾਜ਼ਾ ਤੋੜ ਦੇਣਾ ਉਹਨੇ, ਕਿਉਂਕਿ ਉਹਨਾਂ ਨੇ ਮੀਟਿੰਗ ਕੀਤੀ ਹੈ ਵੀ ਲੋਹਗੜ੍ਹ ਦਾ ਦਰਵਾਜ਼ਾ ਬੜਾ ਤਗੜਾ ਹੈ। ਅਗਰ ਹਾਥੀ ਨੂੰ ਸ਼ਰਾਬ ਪਿਆ ਕਰਕੇ ਉਸ ਪਾਸੇ ਨੂੰ ਕੀਤਾ ਜਾਵੇ ਤੇ ਦਰਵਾਜ਼ਾ ਤੋੜ ਦੇਗਾ, ਆਪਾਂ ਗੁਰੂ ਤੇ ਸਿੱਖਾਂ ਨੂੰ ਕਾਬੂ ਕਰ ਲਾਂਗੇ। ਜਾਲਮ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਡਿਊਟੀ ਦੇ ਮੁਤਾਬਕ ਤੁਹਾਨੂੰ ਬੇਨਤੀ ਕੀਤੀ, ਯਥਾ ਯੁਗ ਪ੍ਰਬੰਧ ਕਰਨਾ, ਆਪਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਮੁਖਾ ਗੁਰੂ ਭਲਾ ਕਰੇ, ਮਨ ਚੜ੍ਹਦੀ ਕਲਾ 'ਚ ਰੱਖੋ। ਆਪਣੇ ਕੋਲ ਦੁਈ ਚੰਦ ਮਜੀਠੇ ਦਾ ਰਹਿਣ ਵਾਲਾ ਹੈ।
ਹਾਥੀ ਨਾਲੋਂ ਘੱਟ ਨਹੀਂ, ਉਹ ਮੁਕਾਬਲਾ ਕਰੇਗਾ। ਇਹ ਖਬਰ ਦੁਨੀ ਚੰਦ ਨੂੰ ਮਿਲੀ, ਮਨ ਕੰਬ ਗਿਆ ਔਰ ਮਨ ਵਿੱਚ ਵਿਚਾਰ ਕੀਤੀ ਵੀ ਆਪਾਂ ਰਾਤ ਨੂੰ ਇਸ ਕਿਲੇ 'ਚੋਂ ਨਿਕਲ ਚੱਲੀਏ। ਆਪਣੇ ਵਰਗੇ ਹੋਰ ਕਮਜ਼ੋਰ ਬੰਦਿਆਂ ਨਾਲ ਗੱਲ ਕੀਤੀ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰਮੁਖ ਉਹ ਦੁਨੀ ਚੰਦ ਰਾਤ ਨੂੰ ਕਿਲੇ ਦੀ ਕੰਧ ਟੱਪਣ ਲੱਗਾ। ਭਾਰ ਜ਼ਿਆਦਾ ਹੋਣ ਕਰਕੇ ਉਹ ਕੱਪੜਾ, ਪੱਗ ਲਿਖਿਆ ਉੱਥੇ, ਉਹ ਟੁੱਟ ਗਿਆ। ਦੁਨੀ ਚੰਦ ਦੀ ਮੋਟੇ ਪੜ ਤੋਂ ਲੱਤ ਟੁੱਟ ਗਈ। ਉਹਦੇ ਸਾਥੀਆਂ ਨੇ ਉਹਨੂੰ ਮਜੀਠੇ ਉਹਦੇ ਘਰ ਪਹੁੰਚਾਉਣਾ ਕੀਤਾ। ਆਪਣੇ 'ਚ ਇੱਕ ਬਹੁਤ ਵੱਡਾ ਕਮਜ਼ੋਰ ਪੱਖ ਹੈ, ਆਪਾਂ ਜਿਹਦੇ ਵੈਰ ਪੈ ਜਾਂਦੇ ਉਹਨੂੰ ਭੰਡਣ ਤੋਂ ਬਿਨਾਂ ਆਪਾਂ ਸਾਰਿਆਂ ਦੇ ਭੰਡੀ ਜਾਂਦੇ ਆ। ਦੁਨੀ ਚੰਦ ਆਮ ਬੰਦਾ ਨਹੀਂ, ਇਹ ਭਾਈ ਸਾਲੋ ਦਾ ਪੋਤਰਾ ਹੋਇਆ ਹੈ। ਬ੍ਰਹਮ ਗਿਆਨੀ ਭਾਈ ਸਾਲੋ ਜੀ ਹੋਏ ਨੇ, ਜਿਨ੍ਹਾਂ ਬਾਰੇ ਅਸੀਂ ਇਤਿਹਾਸ ਚੋਂ ਪੜ੍ਹਦੇ ਹਾਂ। ਭਾਈ ਸਾਲੋ ਕੋਤਵਾਲ, ਬੁਰੇ ਭਲੇ ਕੀ ਕਰੇ ਸੰਭਾਲ। ਅੱਜ ਦੀ ਭਾਸ਼ਾ ਵਿੱਚ ਕੋਤਵਾਲ ਨੂੰ ਕਹਿੰਦੇ SSP। ਅੰਗਰੇਜ਼ੀ ਦਾ ਜ਼ਮਾਨਾ ਨਾ, ਤੇ ਆਪਾਂ ਕੋਤਵਾਲ ਸਮਝ ਨਹੀਂ ਪੈਂਦੀ। ਅੱਜ ਦੀ ਭਾਸ਼ਾ ਦੇ ਮੁਤਾਬਕ ਜੇ ਕੋਤਵਾਲ ਨੂੰ ਕਹਿਣਾ ਹੋਵੇ ਤੇ ਉਹਨੂੰ ਕਵਾਂਗੇ SSP। ਗੁਰੂ ਘਰ ਦਾ SSP ਸੀ ਉਹ, ਬਖਸ਼ੀ ਰੂਹ ਸੀ। ਅੱਜ ਦਾ ਇਹ ਵਿਸ਼ਾ ਨਹੀਂ ਕਿ ਮੈਂ ਭਾਈ ਸਾਲੋ ਦੇ ਸੰਬੰਧ ਵਿੱਚ ਕੁਝ ਕਵਾਂ। 1400 ਨੂੰ ਆਪਾਂ ਭਾਈ ਸਾਲੋ ਦੇ ਟੋਭੇ ਤੇ ਵਿਚਾਰ ਕਰਦੇ, ਕਿਉਂਕਿ ਉਹਨਾਂ ਦਾ ਜਨਮ 1400 ਨੂੰ ਹੋਇਆ। ਭਾਈ ਸਾਲੋ ਦਾ ਪੋਤਰਾ ਹੋਇਆ। ਇਸੇ ਦੁਨੀ ਚੰਦ ਦੇ ਦੋ ਪੋਤਰੇ ਬਾਬਾ ਸਰੂਪ ਸਿੰਘ ਤੇ ਅਨੂਪ ਸਿੰਘ ਚਮਕੌਰ ਦੇ ਜੰਗ ਵਿੱਚ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੋਂ ਨਿਸ਼ਾਵਰ ਹੋਏ ਨੇ। ਮੈਂ ਇਹ ਬੇਨਤੀ ਤਾਂ ਕੀਤੀ ਹੈ, ਆਪਾਂ ਜਿਹਦੀ ਵੀ ਭੰਡੀ ਕਰਦੇ ਮੁੜ ਕੇ ਉਹਦਾ ਖਾੜਾ ਨਹੀਂ ਛੱਡਦੇ, ਉਹਦਾ ਖਾਨਦਾਨ ਨਹੀਂ ਗੰਦਾ। ਕਿਤੇ ਚੰਗੇ ਕਿਤੇ ਮਾੜੇ ਹੁੰਦੇ ਨੇ, ਆਪਾਂ ਟੋਕਾ ਰੱਖ ਕੇ ਤੇ ਉਸ ਖਾਨਦਾਨ ਦੀ ਇਹ ਨਹੀਂ ਨਿੰਦਿਆ ਨਾ ਕਰਿਆ ਕਰੀਏ। ਜਦੋਂ ਦੁਨੀ ਚੰਦ ਨਸ ਗਿਆ ਨਾ ਤੇ ਸਵੇਰੇ ਵੇਖਿਆ ਵੀ ਹੈ ਨਹੀਂ। ਸਿੰਘਾਂ ਨੇ ਆਖਿਆ ਦੁਨੀ ਚੰਦ, ਮਹਾਰਾਜ ਦੁਨੀ ਚੰਦ ਨਸ ਗਿਆ। ਕਲਗੀਧਰ ਬਾਪੂ ਹੱਸ ਪਿਆ ਤੇ ਸਿੰਘਾਂ ਨੇ ਆਖਿਆ ਵੀ ਪਾਤਸ਼ਾਹ ਜ਼ਿੰਮੇਵਾਰ ਸੱਜਣ ਸੀ, ਉਹ ਨਸ ਗਿਆ, ਤੁਹਾਡੇ ਚਿਹਰੇ ਤੇ ਹਾਸਾ ਕਿਉਂ ਆਇਆ? ਇਹ ਮੇਰੇ ਮਨ ਵਿੱਚ ਸ਼ੰਕਾ ਹੈ। ਸਿੰਘ ਨੇ ਬੇਨਤੀ ਕੀਤੀ, ਕਹਿੰਦੇ ਸਿੰਘਾ, ਦੁਨੀ ਚੰਦ ਦੇ ਵੱਸੋਂ ਬਾਹਰ ਗੱਲ ਹੋ ਗਈ। ਉਹਦੀ ਮੌਤ ਮਜੀਠੇ ਵਿੱਚ ਸੀ ਤੇ ਇੱਥੇ ਕਿਵੇਂ ਰਹਿੰਦਾ? ਆਪਾਂ ਜਿੰਨੇ ਬੈਠੇ ਆ ਨਾ, ਆਪਾਂ ਤਾਂ ਭਾਵੇਂ ਰੱਬ ਨੂੰ ਚੇਤੇ ਨਾ ਕਰੀਏ, ਪਰ ਰੱਬ ਨੇ ਸਾਡਾ ਪ੍ਰਬੰਧ ਕੀਤਾ ਜੀ ਸਾਰਿਆਂ ਦਾ। ਕਿਹੜਾ? ਇਹਨੂੰ ਗਿਆਨੀ ਲੋਕ ਕਹਿੰਦੇ ਨੇ ਦੇਸ਼, ਕਾਲ ਤੇ ਵਸਤੂ। ਦੇਸ਼ ਦਾ ਭਾਵ ਜਗ੍ਹਾ, ਕਾਲ ਦਾ ਅਰਥ ਹੈ ਸਮਾਂ, ਤੇ ਵਸਤੂ ਜਿਹੜੀ ਚੀਜ਼ ਨਾਲ ਸਾਡੀ ਮੌਤ ਹੋਣੀ ਆ ਨਾ, ਜਦੋਂ ਤਿੰਨੇ ਦੀਆਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ, ਗੁਰਮੁਖੋ ਸਾਨੂੰ ਕਿਸੇ ਬਚਾਉਣਾ ਨਹੀਂ। ਉਦੋਂ ਹਕੀਮ ਤੇ ਡਾਕਟਰ ਕੋਲ ਬੈਠੇ ਰਹਿਣਗੇ। ਦੇਸ਼, ਕਾਲ ਤੇ ਵਸਤੂ, ਸਮਾਂ ਜਿਹੜੀ ਚੀਜ਼ ਨਾਲ ਮੌਤ ਹੋਣੀ ਹੈ, ਔਰ ਇਸੇ ਪ੍ਰਕਾਰ ਉਹ ਜਗ੍ਹਾ, ਤਿੰਨੇ ਦੀਆਂ ਤਿੰਨੇ ਚੀਜ਼ਾਂ ਇਕੱਠੀਆਂ ਹੋਣਗੀਆਂ ਤੇ ਗੁਰਮੁਖੋ ਸਾਡੇ ਸਰੀਰ ਦਾ ਅੰਤ ਹੋ ਜਾਣਾ। ਕਲਗੀਧਰ ਬਾਪੂ ਕਹਿਣ ਲੱਗਾ, ਸਿੰਘੋ, ਦੁਨੀ ਚੰਦ ਦੀ ਮਜੀਠੇ ਮੌਤ ਹੋਣੀ ਕਿਉਂਕਿ ਉਹਦੀ ਸੱਪ ਦੇ ਹੱਥੋਂ ਮੌਤ ਹੋਣੀ। ਸੱਪ, ਮਾਫ ਕਰਨਾ, ਮੈਂ ਲੱਤ ਮੇਰੇ ਮੂੰਹ ਚੜਿਆ, ਨਿਕਲ ਗਿਆ। ਜ਼ਹਿਰੀਲਾ ਸੱਪ ਬਣਨਾ, ਉਹਦੇ ਘਰ ਸੱਪ ਦੀ ਖੋੜ ਹੈ। ਤੇ ਗੁਰਮੁਖੋ ਸੱਪ ਅਨੰਦਪੁਰ ਸਾਹਿਬ ਕਿਵੇਂ ਆਉਂਦਾ ਵਿਚਾਰਾ? ਇਹ ਆਇਆ, ਪਰਿਵਾਰ ਨਾਲ ਮਿਲਿਆ, ਨਾਲ ਦੇ ਕਹਿਣ ਲੱਗੇ, ਜਦੋਂ ਲੱਤ ਟੁੱਟੀ ਤੇ ਆਇਆ ਕਰਦਾ ਤੇ ਕਹਿਣ ਲੱਗੇ, ਜਥੇਦਾਰਾ ਬੜਾ ਔਖਾ ਜੇ ਕਿਤੇ ਉੱਥੇ ਮਰ ਜਾਣੋ ਤੇ ਗੱਲ ਬਣਨਾ ਚਾਹਦੀ। ਘਰ ਵਾਲੀ ਬੀਬੀ ਨੇ ਸੁਣਿਆ, ਕਹਿਣ ਲੱਗੀ, ਵੀਰ ਕੀ ਆਖਿਆ ਜੇ? ਕਹਿਣ ਲੱਗਾ, ਜੀ ਅਸੀਂ ਆਨੰਦਪੁਰ ਨੱਸ ਕੇ ਆਏ ਹਾਂ।
ਬੀਬੀ ਦੇ ਮਨ ਵਿੱਚ ਗਿਲਾ, ਕਹਿਣ ਲੱਗੀ ਤੂੰ ਗੁਰੂ ਦਾ ਨਹੀਂ ਬਣਿਆ, ਸਾਡਾ ਕੀ ਲੱਗਦਾ ਹੈ? ਰਾਤ ਨੂੰ ਮੰਜੇ ਤੋਂ ਉੱਠਿਆ, ਸੱਪ ਨਿਕਲਿਆ ਤੇ ਦੁਨੀ ਚੰਦ ਦੀ ਮੌਤ ਹੋ ਗਈ, ਸੱਪ ਲੜ ਗਿਆ। ਇਸ ਘਟਨਾ ਦੀ ਚਰਚਾ ਥਾਂ ਥਾਂ ਤੇ ਹੋਈ। ਮਾਤਾ ਭਾਗ ਕੌਰ ਜਿਹੜੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ 5 ਨਾਮਵਰ ਸਿੱਖ ਹੋਏ ਨੇ, ਭਾਈ ਲੰਗਾ, ਭਾਈ ਪੁਰਾਣਾ, ਭਾਈ ਜੇਠਾ, ਬਾਬਾ ਬਿਧੀ ਚੰਦ ਜੀ, ਇਹ ਭਾਈ ਲੰਗਾ ਦੀ ਔਲਾਦ ਵਿੱਚੋਂ ਸੀ, ਭਾਈ ਲੰਗਾ ਦੇ ਭਰਾ ਦੀ ਔਲਾਦ ਵਿੱਚੋਂ ਸੀ। ਇਹ ਮਾਤਾ ਭਾਗ ਕੌਰ ਦਾ ਸਹੁਰਾ ਨਗਰ ਜਿਹੜਾ ਉਹ ਪੱਟੀ ਹੈ। ਮਾਤਾ ਭਾਗ ਕੌਰ ਦੇ ਪਤੀ ਦਾ ਨਾਮ ਸੀ ਸਰਦਾਰ ਨਿਧਾਨ ਸਿੰਘ, ਅੰਮ੍ਰਿਤਧਾਰੀ ਸੀ। ਮਾਤਾ ਭਾਗ ਕੌਰ ਵੀ ਅੰਮ੍ਰਿਤਧਾਰੀ ਸੀ। ਮੈਂ ਇੱਕ ਨਾਲ ਬੇਨਤੀ ਕਰਾਂ ਆਪਣੇ ਭਾਈਚਾਰੇ ਨੂੰ, ਅਸੀਂ ਆਮ ਕਰਕੇ ਮਾਤਾ ਭਾਗੋ ਭਾਗੋ ਕਹੀ ਜਾਂਦੇ ਆ। ਅੰਮ੍ਰਿਤਧਾਰੀ ਸਿੰਘ ਦਾ ਅੱਧਾ ਨਾਂ ਲੈਣਾ ਗੁਰਮੁਖ ਬਹੁਤ ਵੱਡਾ ਗੁਨਾਹ, ਭਾਵੇਂ 5 ਸਾਲਾਂ ਦਾ ਬੱਚਾ ਵੀ ਹੋਵੇ। ਜਿਹੜਾ ਅੰਮ੍ਰਿਤਧਾਰੀ ਹੈ ਨਾ, ਉਹਦਾ ਅੱਧਾ ਨਾਂ ਲੈਣਾ ਬਹੁਤ ਵੱਡਾ ਗੁਨਾਹ ਹੈ। ਲੇਕਿਨ ਜਦੋਂ ਮਾਤਾ ਭਾਗ ਕੌਰ ਦੀ ਗੱਲ ਕਰਦੇ, ਮੈਂ ਆਮ ਵੇਖਿਆ ਵੀ ਕੋਈ ਮਾਤਾ ਭਾਗ ਕੌਰ ਨਹੀਂ ਕਹਿੰਦਾ, ਮਾਈ ਭਾਗੋ ਵੀ ਕਹੀ ਜਾਂਦੇ ਨੇ। ਮਾਤਾ ਭਾਗ ਕੌਰ ਅੰਮ੍ਰਿਤਧਾਰੀ ਹੈ। ਨਿਧਾਨ ਸਿੰਘ ਇਹਦਾ ਪਤੀ ਸੀ, ਵੜੈਚ ਉਹਦੀ ਗੋਦ ਸੀ ਸਹੁਰਿਆਂ ਦੀ। ਮਾਤਾ ਭਾਗ ਕੌਰ ਦਾ ਸਹੁਰਾ ਦੇਸ ਰਾਜ, ਉਹਦਾ ਨਾਂ ਲਿਖਿਆ, ਉਹ ਗੁਜ਼ਰ ਗਿਆ। ਤੇ ਉਹ ਜ਼ਮਾਨੇ 'ਚ ਲੋਕੀ ਸਤਾਰੀਆ ਕਰਦੇ ਨੇ, ਸਤਾਰੀਆ। ਮੈਂ ਖੁਦ ਆਪਣੀ ਸਮਾਜ 'ਚ ਵੇਖਿਆ, ਸਾਡੇ ਇਲਾਕੇ 'ਚ ਸਤਾਰੀਏ ਦਾ ਰਿਵਾਜ ਸੀ ਤੇ ਸੰਤ ਬਾਬਾ ਕਰਤਾਰ ਸਿੰਘ ਪ੍ਰਚਾਰ ਕੀਤਾ ਤੇ ਮੁੜ ਕੇ ਅਸੀਂ ਫਿਰ ਦੁਸਹਿਰਾ ਮਨਾਉਣ। ਦੁਸਹਿਰਾ ਪੁਰਾਤਨ ਮਰਿਆਦਾ ਹੈ, ਪਰ ਸਮਾਜ ਦੇ ਮੁਤਾਬਕ ਆਪਾਂ ਉਹੋ ਜਿਹੇ ਹੋ ਜਾਂਦੇ ਆ। ਸਤਾਰੀਏ ਦੇ ਮਾਤਾ ਭਾਗ ਕੌਰ ਦੇ ਸਹੁਰੇ ਦੇ ਭੋਗ ਉੱਪਰ ਪੇਕੇ ਆਏ, ਜਿਵੇਂ ਅੱਜ ਵੀ ਆਉਂਦੇ ਨੇ। ਭੋਗ ਪਿਆ, ਮਾਤਾ ਭਾਗ ਕੌਰ ਦੇ ਘਰ ਸੰਤਾਨ ਨਹੀਂ, ਬੱਚਾ ਬੱਚੀ ਨਹੀਂ। ਭੋਗ ਤੋਂ ਬਾਅਦ ਭਾਈਚਾਰਾ, ਭੈਣ ਭਰਾ ਸਾਰੇ ਬੈਠੇ ਹੋਣਗੇ। ਜਿਹੜੀ ਇਹ ਆਨੰਦਪੁਰ ਸਾਹਿਬ ਤੋਂ ਸਿੱਖਾਂ ਦੇ ਸਿੰਘਾਂ ਦੇ ਨਸਣ ਦੀ ਗੱਲ ਸੀ ਨਾ, ਉੱਥੇ ਚਰਚਾ ਚੱਲ ਪਈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਭਾਈ ਲੰਗਾ, ਸਾਡੇ ਕੋਲ ਤਾਂ 4 ਪੈਸੇ ਆ ਜਾਣ ਤੇ ਸਾਡੀ ਧੌਣ 'ਚ ਕਿੱਲਾ ਗੱਡਿਆ ਜਾਂਦਾ ਸੀ, ਗੁਰੂ ਨੂੰ ਸਿਰ ਝੁਕਾ ਕੇ ਰਾਜੀ ਨਹੀਂ। ਇਤਿਹਾਸ ਦੇ ਪੰਨੇ ਪੜੋ। ਪੱਟੀ ਨੂੰ ਅਸੀਂ 9 ਲੱਖੀ ਪੱਟੀ ਆਮ ਕਹਿੰਦੇ ਆ, 9 ਲੱਖੀ। ਇਹਦਾ 9 ਲੱਖੀ ਪੱਟੀ ਨਾਂ ਇਸ ਕਰਕੇ ਪਿਆ ਵੀ 3 ਲੱਖ ਰੁਪਈਆ ਨਸ਼ਹਿਰੇ ਵਾਲੇ ਚੌਧਰੀ ਤਾਰਦੇ ਸਨ, 3 ਲੱਖ ਰੁਪਈਆ ਝਵਾਲ ਵਾਲੇ ਚੌਧਰੀ ਤਾਰਦੇ ਸਨ, ਤੇ 3 ਲੱਖ ਪੱਟੀ ਵਾਲੇ। ਇਉਂ ਤਿੰਨਾਂ ਦੇ ਇਕੱਠੇ 9 ਲੱਖ ਰੁਪਈਏ ਨੂੰ 9 ਲੱਖੀ ਪੱਟੀ ਕਹਿੰਦੇ ਸਨ। ਤੇ ਇਹ ਮਾਮਲਾ ਪੱਟੀ ਤਰਦਾ ਸੀ। ਜਿਹੜਾ ਉਹ ਜ਼ਮਾਨੇ 'ਚ 3 ਲੱਖ ਰੁਪਈਆ ਮਾਮਲਾ ਭਰਦਾ, ਉਹਨੂੰ ਮਾੜਾ ਬੰਦਾ ਕਿਵੇਂ ਆਖਾਂਗੇ? 3 ਲੱਖ ਤਾਂ ਅੱਜ ਨਹੀਂ ਆਪਣੇ ਕੋਲ ਥਰਦਾ। ਉਹ ਜ਼ਮਾਨੇ 3 ਲੱਖ ਕਿੱਡੀ ਵੱਡੀ ਰਕਮ ਹੋਵੇਗੀ। ਉਹ ਭਾਈ ਲੰਗਾ, ਮੈਂ ਬੇਨਤੀ ਕਰਨਾ, 4 ਪੈਸੇ ਆ ਗਏ, ਆਪਾਂ ਆਕੜਿਆ ਨਾ ਕਰੀਏ। ਇਹ ਗੁਰੂ ਦੀ ਦਾਤ ਹੈ। ਜਦੋਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਲਾਹੌਰ ਗਏ ਨੇ, ਨਾਲ ਗਿਆ ਭਾਈ ਲੰਗਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਸੇ ਭਾਈ ਲੰਗਾ ਨੂੰ ਨਾਲ ਲੈ ਕੇ ਗਏ ਨੇ ਵੀ ਭਾਈ ਲੰਗਾ ਜੀ, ਤੁਸੀਂ ਸਾਰਾ ਕੁਝ ਇੱਥੇ ਵੇਖਿਆ, ਕਿਵੇਂ ਕਿਵੇਂ ਭਾਣਾ ਵਾਪਰਿਆ। ਭਾਈ ਲੰਗਾ, ਬਾਬਾ ਬਿਧੀ ਚੰਦ ਜਿਹੜੇ ਵੀ ਗੁਰਮੁਖ ਮਹਾਂਪੁਰਸ਼ ਸਨ, ਉਹਨਾਂ ਸਾਰਿਆਂ ਨੇ ਦੱਸਿਆ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਲੰਗਾ ਜੀ, ਤੁਹਾਡੇ ਜਿੰਨਾ ਸਵਾਸ ਨੇ, ਜਿੰਨਾ ਚਿਰ ਪ੍ਰਾਣ ਤੁਹਾਡੀ ਜ਼ਿੰਦਗੀ ਹੈ, ਤੁਸੀਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਇਸ ਸਥਾਨ ਤੇ ਸ਼ਾਮ ਨੂੰ ਦੀਵਾ ਜਗਾਉਣਾ ਤੇ ਝਾੜੂ ਕਰਨਾ। ਆਪਾਂ ਨੂੰ 1 ਮਹੀਨਾ ਤਨਖਾਹ ਨਾ ਮਿਲੇ ਤੇ ਆਪਾਂ ਕਹਿੰਦੇ ਆ ਚੁੱਕੋ ਰਜਾਈਨ, ਮੈਥੋਂ ਨਹੀਂ ਡਿਊਟੀ ਹੁੰਦੀ। ਕਰੋੜਾਂ ਪਤੀ, ਲੱਖਾਂ ਪਤੀ ਭਾਈ ਲੰਗਾ ਰਹੇ ਗੁਰੂ ਦੀ ਰਹਿਮਤ ਵਾਸਤੇ ਉਸ ਥਾਂ ਤੇ ਝਾੜੂ ਤੇ ਦੀਵੇ ਜਗਾਉਣ ਦੀ ਚੋਣ ਕੀਤੀ, ਤਨਖਾਹ ਨਹੀਂ। ਅਸੀਂ ਗੱਲਾਂ ਤਾਂ ਕਰਦੇ ਨਾ ਆਪਣੇ ਵਡੇਰਿਆਂ ਦੀਆਂ, ਨਮਸਕਾਰ ਉਹਨਾਂ ਦੇ ਕਰਮਾਂ ਨੂੰ। ਭਾਈ ਲੰਗਾ ਲੱਖਾਂ ਪਤੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੀ ਪਾਵਨ ਸਥਾਨ, ਜਿਹਨੂੰ ਆਪਾਂ ਡੇਰਾ ਸਾਹਿਬ ਕਹਿੰਦੇ ਆ, ਉਸ ਥਾਂ ਤੇ ਜੀਵਨ ਪਰਯੰਤ ਦੀਵਾ ਜਗਾਉਂਦਾ ਰਿਹਾ। ਰਾਤ ਦੇ ਟਾਈਮ ਤੇ
ਝਾੜੂ ਫੇਰਦਾ ਰਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰਾ ਨਿਮਾਣਾ ਸਿੱਖ ਹਾਂ, ਮੈਂ ਤਾਂ ਆਤੀਲਿਆਂ ਦਾ ਝਾੜੂ ਫੇਰ ਕੇ ਤੇ ਇੱਥੇ ਕੱਟਾ ਮਿੱਟੀ ਪਾਸੇ ਕਰਦਾ, ਤੂੰ ਰਹਿਮਤ ਦਾ ਝਾੜੂ ਮੇਰੇ ਅੰਦਰੋਂ ਮਾਰ ਕੇ ਮੇਰੇ ਅੰਦਰੋਂ ਵਕਾਰ ਕੱਢਦੀ। ਇਹ ਸਿੱਖ ਦੀ ਅਰਦਾਸ। ਰੋਹ ਵਿਚਾਰ। ਖਾਨਦਾਨ ਬੜਾ ਅਮੀਰ ਸੀ, ਬੜੀ ਚੱਲਦੀ ਸੀ ਸਰਕਾਰੀ ਦਰਬਾਰੇ। ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਇੱਕ ਨੂੰ ਕਹਿੰਦੇ ਮਿਲ ਵਰਤਣੀਏ, ਇੱਕ ਨੂੰ ਕਹਿੰਦੇ ਨਾ ਮਿਲ ਵਰਤਣੀਏ। ਜਿਹੜੇ ਸਰਕਾਰ ਨਾਲ ਟੱਕਰ ਲੈਂਦੇ ਰਹਿੰਦੇ ਉਹਨਾਂ ਨੂੰ ਅਸੀਂ ਕਹਿੰਦੇ ਨਾ ਮਿਲ ਵਰਤਣੀਏ, ਤੇ ਜਿਹੜੇ ਸਰਕਾਰ ਨਾਲ ਮਿਲ ਕਰਕੇ ਤੇ ਕਈ ਆਪਣੇ ਕੰਮ ਕਲਾ ਰਹਿੰਦੇ ਨੇ ਉਹਨੂੰ ਆਪਾਂ ਕਹਿੰਦੇ ਮਿਲ ਵਰਤਣੀਏ। ਮਾਤਾ ਭਾਗ ਕੌਰ ਦੇ ਭਰਾ, ਉਹਨਾਂ ਦਾ ਨਾਮ ਲਿਖਿਆ ਕਰਬਾਰਾ ਸਿੰਘ, ਦਰਬਾਰਾ ਸਿੰਘ, ਭਾਗ ਸਿੰਘ, ਦਿਲਬਾਗ ਸਿੰਘ, ਇਹ ਚਾਰ ਨਾਂ ਲਿਖੇ ਮਿਲਦੇ ਨੇ। ਉਹ ਕਹਿਣ ਲੱਗੇ, ਭਾਗ ਸਿੰਘਾ ਭਾਊ ਤੇਰੀ ਚਲਦੀ ਬੜੀ ਹੈ, ਤੇ ਗੁਰੂ ਪਾਤਸ਼ਾਹ ਮਹਾਰਾਜ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਆਪਾਂ ਕਿਹੋ ਜਿਹੇ ਸਿੱਖ ਹਾਂ ਵੀ ਆਪਾਂ ਘਰੀ ਬੈਠੇ ਹਾਂ। ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਹੈ, ਤੇ ਅਸੀਂ ਤਾਂ ਤੈਨੂੰ ਭਾਊ ਇਹ ਕਹਾਂਗੇ ਵੀ ਰਾਜੀਨਾਮਾ ਹੋ ਸਕਦਾ ਤੇ ਇੱਕ ਤਰ੍ਹਾਂ ਸਰਕਾਰ ਨਾਲ ਮਿਲਾਪ ਕਰਾ ਦੇ, ਪਹਿਲੀਆਂ ਗੱਲਾਂ ਆਪਾਂ ਖਤਮ ਕਰ ਦਈਏ। ਜਦੋਂ ਇਹ ਗੱਲ ਚੱਲ ਰਹੀ ਸੀ ਨਾ ਤੇ ਮਾਤਾ ਭਾਗ ਕੌਰ ਕਹਿਣ ਲੱਗੀ, ਭਾਊ ਮੈਨੂੰ ਵੀ ਨਾਲ ਲੈ ਕੇ ਚੱਲੋ। ਤੇ ਉਹਨਾਂ 'ਚ ਇਹ ਕਹਿਣ ਲੱਗਾ, ਭਾਈ ਆਪਣੀ ਭੈਣ ਦੇ ਘਰ ਔਲਾਦ ਨਹੀਂ, ਆਪਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਾਂਗੇ ਵੀ ਜਿਵੇਂ ਉਹਨਾਂ ਮਾਤਾ ਸੁਲੱਖਣੀ ਨੂੰ ਭਾਗ ਲਾਇਆ ਸੀ, ਸਾਡੀ ਭੈਣ ਦੇ ਘਰ ਵੀ ਇਹ ਦੁਨਿਆਵੀ ਦਾਤ ਆ ਜੇ, ਪੁੱਤਰ ਮਿਲ ਜਾਏ ਸਾਡੀ ਭੈਣ ਨੂੰ, ਅਸੀਂ ਭਾਣਜੇ ਮਾਮੇ ਬਣ ਜਾਈਏ। ਇਉਂ ਗੁਰਮੁਖੋ ਉੱਥੋਂ ਦੇ ਉੱਥੋਂ ਪੱਟੀ ਤੋਂ ਪੱਟੀ, ਮਾਫ ਕਰਨਾ ਪੱਟੀ ਤੋਂ ਜਿੰਨਾ ਭਾਈਚਾਰਾ ਸੀ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਵਾਲੇ ਪਾਸੇ ਨੂੰ ਤੁਰ ਪਿਆ, ਕਿਉਂਕਿ ਉਸ ਮੌਕੇ ਗੁਰਦੇਵ ਮਾਲਵੇ ਦੇ ਇਲਾਕੇ ਨੂੰ ਭਾਗ ਲਾ ਰਹੇ ਸਨ। ਇਤਿਹਾਸ ਵਿੱਚ ਇੱਕ ਰਾਮੇ ਕੀ ਢਾਬ ਹੈ, ਉਸ ਥਾਂ ਤੇ ਇਹ ਜਾ ਕੇ ਸਿੱਖ ਮਿਲੇ ਮਾਤਾ ਭਾਗ ਕੌਰ ਦੇ ਸਮੇਤ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਪਿਆਰੇ ਸਿੰਘ ਜਾਣ ਕਰਕੇ ਬੜਾ ਮਾਨ ਸਨਮਾਨ ਦਿੱਤਾ। ਸੰਗਤਾਂ ਆਈਆਂ, ਭਾਈ ਵਿਛਾਈ ਕਰੋ। ਦੁਨਿਆਵੀ ਨਿਯਮ ਦੇ ਮੁਤਾਬਕ ਪਹਿਲਾਂ ਪਰਚਾਉਣੀ ਕੀਤੀ ਵੀ ਮਹਾਰਾਜ ਬੜਾ ਮਾੜਾ ਹੋਇਆ, ਸਿੰਘ ਸ਼ਹੀਦ ਹੋ ਗਏ, ਅਨੰਦਪੁਰ ਸਾਹਿਬ ਛੱਡਣਾ ਪਿਆ, ਜਿਵੇਂ ਆਪਾਂ ਦੁਨੀਆਦਾਰੀ ਕਰਦੇ ਹਾਂ। ਮੁੜ ਕੇ ਟਿਕਾਣੇ ਤੇ ਆਏ ਤੇ ਭਾਗ ਸਿੰਘ ਕਹਿਣ ਲੱਗਾ, ਜੀ ਆਪਾਂ ਨੂੰ ਰਾਜੀਨਾਮਾ ਕਰ ਲੈਣਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਉੱਪਰ ਝਾਕਿਆ ਤੇ ਕਹਿਣ ਲੱਗੇ, ਭਾਗ ਸਿੰਘਾ ਬੜੇ ਮੌਕੇ ਤੇ ਆਇਆ, ਜਿੱਦਨ ਸਾਹਿਬਜ਼ਾਦੇ ਨੀਹਾਂ ਵਿੱਚ ਚਣੇਗੇ ਤੇਰਾ ਰਾਜੀਨਾਮਾ ਉਦੋਂ ਕਿੱਥੇ ਸੀ? ਜਦੋਂ ਦੁਪਹਿਰ ਦੇ ਮੌਕੇ ਮੱਘਰ ਸੁਦੀ ਪੰਚਮੀ ਵੀਰਵਾਰ ਵਾਲੇ ਦਿਹਾੜੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਵਿੱਚ ਸ਼ਹੀਦ ਕੀਤੇ, ਕਿ ਤੇਰਾ ਰਾਜੀਨਾਮਾ ਉਦੋਂ ਨਾ ਆਇਆ ਭਾਈ? ਚਮਕੌਰ ਦੇ ਪਾਵਨ ਅਸਥਾਨ ਤੇ 40 ਸਿੰਘਾਂ ਦੇ ਨਾਲ, ਸਾਨੂੰ 40 ਸਿੰਘ ਸੀ ਨਾਲ, ਸਾਡੇ ਪਿਆਰੇ ਸੰਤ ਸਾਹਿਬਜ਼ਾਦੇ, ਸਾਨੂੰ 10 ਲੱਖ ਨੇ ਘੇਰਾ ਪਾਇਆ, ਉਦੋਂ ਰਾਜੀਨਾਮਾ ਕਿੱਥੇ ਸੀ? ਇਹ ਮਾਇਆ ਜਿਹੜੀ ਨੇ ਵੱਡੇ ਵੱਡਿਆਂ ਨੂੰ ਝੁਕਾ ਦਿੰਦੀ ਹੈ। ਭਾਗ ਸਿੰਘ ਤੇ ਸਾਥੀ ਦਰਬਾਰਾ ਸਿੰਘ ਤੇ ਕਰਬਾਰਾ ਸਿੰਘ ਕਹਿਣ ਲੱਗੇ, ਪਾਤਸ਼ਾਹ ਫਿਰ ਸਾਡੀ ਤੁਹਾਡੇ ਨਾਲ ਨਿਭਣੀ ਬੜੀ ਔਖੀ ਹੈ। ਤੇ ਗੁਰਦੇਵ ਕਹਿੰਦੇ, ਮੈਂ ਕਦੋਂ ਕਿਹਾ ਸੀ ਵੀ ਤੁਸੀਂ ਨਿਭਾਓ, ਜਿਵੇਂ ਚੰਗਾ ਲੱਗਦਾ ਲਿਖ ਕੇ ਦੇ ਦਿਓ। ਜੇ ਜਮਾਤੀ ਹੋਇਆ ਨੇ ਲਿਖ ਕੇ ਦਿੱਤਾ ਵੀ ਅਸੀਂ ਤੁਹਾਡੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ। ਕਲਗੀਧਰ ਪਾਤਸ਼ਾਹ ਨੇ ਅੱਗੇ ਚਲੇ ਗਏ। ਉਧਰ ਤੁਰਕਾਂ ਦੀ ਸੈਨਾ ਮਗਰ ਮਗਰ ਪੈਰਵਾਈ ਕਰਦੀ ਆ ਰਹੀ ਹੈ। ਜਿਹੜਾ ਕੋਟ ਕਪੂਰਾ ਹੈ, ਕਪੂਰੇ ਨੇ ਵਸਾਇਆ ਹੈ। ਇਹ ਇਕੱਲੇ ਕਪੂਰੇ ਦੀ ਗੱਲ ਨਹੀਂ, ਸਾਡੀ ਸਾਰਿਆਂ ਦੀ ਅੰਦਰ ਦੀ ਗੱਲ ਹੈ। ਅਸੀਂ ਚਾਹੁੰਦੇ ਦੋਵੇਂ ਪਾਸੇ ਸੈੱਟ ਰਵੇ, ਪਰ ਬਾਣੀ ਕਹਿੰਦੀ ਆਪ ਗਵਾਈਏ ਤਾਂ ਸ਼ਹੁ ਪਾਈਏ। ਕਪੂਰੇ ਨੂੰ ਆਖਿਆ ਵੀ ਪੈਰ ਸਾਨੂੰ ਆਪਣਾ ਕਿਲ੍ਹਾ ਦੇ ਦੇ। ਕਹਿਣ ਲੱਗੇ, ਜੀ ਉਂਝ ਤਾਂ ਮੈਂ ਤੁਹਾਡਾ ਸਿੱਖ ਹਾਂ, ਮੈਨੂੰ ਉਂਝ ਤੋਂ ਗੱਲ ਮੇਰੇ ਦਿਮਾਗ ਵਿੱਚ ਆ ਗਈ ਹੈ। ਨਾਮ ਡੇਰਿਆਂ ਚੋਂ ਲੈਣ ਜਾਂਦੇ ਉਂਝ ਕਹਿੰਦੇ ਗਿਆਨੀ ਦੀ ਸਿੱਖ। ਮੈਂ ਕਿਹਾ ਵੀ ਨਵੇਂ ਸਿੱਖ ਕਿੱਥੋਂ ਆ ਗਏ?
अजकल नवां काम चलिया जे, जाना डेरिया ते कन्ना च फूकां मराउण ते उंज कहना जी असीं सिख हां। ਜਿਹੜੇ ਦੋ ਥਾਵਾਂ ਤੇ ਜਾਂਦੇ ਉਹ ਸਿੱਖ ਨਹੀਂ ਹੁੰਦੇ। ਸਿੱਖ ਉਹ ਹੈ ਜਿਹੜਾ ਕੇਵਲ ਤੇ ਕੇਵਲ ਗੁਰੂ ਨਾਲ ਜੁੜਿਆ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਜਿਹੜੇ ਫੂਕਾਂ ਮਰਾਉਣ ਜਾਂਦੇ ਡੁਪਲੀਕੇਟ ਤਾਂ ਹੋ ਸਕਦੇ, ਸਿੱਖ ਨਹੀਂ ਹੋ ਸਕਦੇ। ਜਿਹੜਾ ਸਿੱਖ ਹੈ ਨਾ ਉਹ ਤਾਂ ਪੰਜਾਂ ਪਿਆਰਿਆਂ ਦੇ ਅੰਮ੍ਰਿਤ ਛਕਦਾ, ਕਿਉਂਕਿ ਸਾਨੂੰ ਤਾਂ ਹੈ ਅੰਮ੍ਰਿਤ ਪੀਵੋ ਫੂਕਾਂ ਮਰਾਵੋ ਨਹੀਂ। ਅੜ ਫੂਕਾਂ ਮਰਾਉਂਦੇ ਧਿਆਨ ਦੇਣ ਕਿ ਫੂਕਾਂ ਮਰਾਓ ਨਹੀਂ ਲਿਖਿਆ। ਬਾਣੀ ਕਹਿੰਦੀ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਧ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੇ ਨਾ ਵਿਆਪੇ ਚਿੰਤਾ। ਚਿੰਤਾ ਆਵੇਗੀ ਨਹੀਂ। ਗੁਰਮੁਖੋ ਕਪੂਰਾ ਕਹਿਣ ਲੱਗਾ ਵੀ ਮਹਾਰਾਜ ਬੜਾ ਔਖਾ ਹੈ, ਪਰ ਗੁਰੂ ਦੀ ਸ਼ਰਧਾ ਵੀ ਹੈ, ਇਹ ਸਾਡੀ ਅਵਸਥਾ ਹੈ। ਉਹਨੇ ਆਪਣੇ ਇੱਕ ਵਫਾਦਾਰ ਨੌਕਰ ਦਾ ਨਾਂ ਖਾਨਾ ਕਰਕੇ ਲਿਖਿਆ, ਗੁਰਦੇਵ ਨੂੰ ਦਿੱਤਾ ਵੀ ਇਹਨੂੰ ਜੀ ਭੇਤ ਹੈ, ਖਾਨਿਆਂ ਗੁਰੂ ਪਾਤਸ਼ਾਹ ਦੀ ਸੇਵਾ ਕਰ, ਮੈਂ ਤੈਨੂੰ ਕਹਿਣਾ ਵੀ ਇਹਨਾਂ ਦੇ ਨਾਲ ਨਾਲ ਜਾ। ਜਿਵੇਂ ਅੱਜ ਦੇ ਜ਼ਮਾਨੇ 'ਚ ਆਪਾਂ ਭਰਾਵਾਂ ਦੀ ਆਪਣੀ ਪ੍ਰਾਪਰਟੀ ਵੰਡਦੇ ਆਂ ਵੀ ਭਾਉ ਨੂੰ ਆਹ 3 ਕਿੱਲੇ ਆ ਗਏ, ਦੂਜੇ ਨੂੰ 5 ਆ ਗਏ, ਫਲਾਣੇ ਨੂੰ ਕੋਠੀ ਆ ਗਈ, ਫਲਾਣੇ ਨੂੰ ਦੁਕਾਨਾਂ ਆ ਗਈਆਂ। ਇਸੇ ਤਰ੍ਹਾਂ ਗੁਰਮੁਖੋ ਜ਼ਮਾਨੇ 'ਚ ਪਾਣੀ ਦੀ ਬੜੀ ਵੈਲਿਊ ਸੀ ਤੇ 3 ਭਰਾ ਸਨ। ਉਹਨਾਂ ਨੇ 3 ਢਾਬਾਂ ਤੇ ਆਪੋ ਆਪਣਾ ਕਬਜ਼ਾ ਕੀਤਾ ਸੀ। ਇੱਕ ਦਾ ਨਾਂ ਸੀ ਤਗਾੜਾ, ਇੱਕ ਦਾ ਨਾਂ ਸੀ ਰੁਪਾਣਾ ਤੇ ਇੱਕ ਦਾ ਨਾਂ ਸੀ ਖਦਰਾਣਾ। ਜਿਹੜੀ ਮੁਕਤਸਰ ਸਾਹਿਬ ਵਾਲੀ ਜਗ੍ਹਾ ਨਾ, ਇਹ ਖਦਰਾਣੇ ਦੀ ਢਾਬ ਸੀ, ਉਹਦੇ ਹਿੱਸੇ 'ਚ ਆਈ ਸੀ। ਔਰ ਪਾਣੀ ਬੰਦੇ ਦੀ ਬਹੁਤ ਵੱਡੀ ਲੋੜ ਹੈ। ਉਸ ਖਾਨੇ ਦੇ ਕਹਿਣ ਤੇ ਸਤਿਗੁਰੂ ਪਾਤਸ਼ਾਹ ਉਸ ਪਾਸੇ ਚਲੇ ਗਏ, ਛੱਡ ਕੇ ਉਹ ਆ ਗਿਆ। ਉਧਰ ਸਰਕਾਰੀ ਬੰਦੇ ਜਿਹੜੇ ਨੇ, ਉਹ ਖਾਨਾ ਜਿਹੜਾ ਉਹਨਾਂ ਨੂੰ ਮਿਲਿਆ, ਕਿਉਂਕਿ ਮੁਲਾਜ਼ਮ ਸੀ ਵਿਚਾਰਾ, ਡਿਊਟੀ ਨਿਭਾਉਂਦਾ ਸੀ। ਉਹਨਾਂ ਪੁੱਛਿਆ ਵੀ ਪਾਣੀ ਕਿੰਨੀ ਕੁ ਦੂਰ? ਕਹਿਣ ਲੱਗਾ ਵੀ ਪਿੱਛੇ ਲਾਗੇ ਤੇ ਅੱਗੇ ਦੂਰ ਹੈ। ਜਦੋਂ ਇਹਨਾਂ ਨੇ ਲਿਖ ਕੇ ਦਿੱਤਾ ਨਾ, ਪਾਤਸ਼ਾਹ ਅਸੀਂ ਤੁਹਾਡੇ ਸਿੱਖ ਨਹੀਂ, ਤੇ ਮਾਤਾ ਭਾਗ ਕੌਰ ਨੇ ਉਸੇ ਮੌਕੇ ਆਖਿਆ ਭਾਊ ਤੁਸੀਂ ਆਪਣੇ ਘਰ ਤੇ ਮੈਂ ਆਪਣੇ ਘਰ। ਮਾਤਾ ਭਾਗ ਕੌਰ ਜਿਹੜੀ ਭੈਣ ਸੀ ਨਾ ਦਿਲਬਾਗ ਸਿੰਘ ਦੀ, ਭਾਗ ਸਿੰਘ ਦੀ, ਕਰਬਾਰਾ ਸਿੰਘ ਤੇ ਦਰਬਾਰਾ ਸਿੰਘ, ਮੈਂ ਬੇਨਤੀ ਕੀਤੀ ਇਹ 4 ਨਾਂ ਲਿਖਤ ਵਿੱਚ ਨੇ, ਬਾਕੀ ਨਹੀਂ। ਕਰਬਾਰਾ ਸਿੰਘ, ਦਰਬਾਰਾ ਸਿੰਘ, ਇਹ ਚਾਚੇ ਦੇ ਪੁੱਤ ਹੋਣਗੇ ਜਾਂ ਤਾਏ ਦੇ, ਤੇ ਸਗੇ ਭਰਾ ਸਨ ਦਿਲਬਾਗ ਸਿੰਘ ਤੇ ਭਾਗ ਸਿੰਘ। ਕਹਿਣ ਲੱਗੀ ਭਾਊ ਤੁਸੀਂ ਗੁਰੂ ਦੇ ਨਹੀਂ ਬਣੇ, ਮੈਨੂੰ ਤੁਹਾਡੇ ਵਰਗੇ ਭਰਾਵਾਂ ਦੀ ਲੋੜ ਨਹੀਂ। ਇਹ ਮਾਤਾ ਭਾਗ ਕੌਰ ਦਾ ਸਾਡੇ ਤੇ ਇੱਕ ਬਹੁਤ ਵੱਡਾ ਆਸਾਨ ਹੈ। ਜਦੋਂ ਭੈਣ ਨੇ ਆਖਿਆ ਵੀ ਤੁਹਾਡਾ ਰਾਹ ਆਓ ਤੇ ਮੇਰਾ ਰਾਹ ਆ, ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਗਈ ਸੀ ਪੁੱਤਰ ਲੈਣ, ਕਹਿਣ ਲੱਗੀ ਮੈਨੂੰ ਪੁੱਤਰ ਨਹੀਂ ਚਾਹੀਦਾ, ਮੈਨੂੰ ਗੁਰੂ ਚਾਹੀਦਾ ਹੈ। ਤੇ ਨਾਲ ਸੀ ਪਤੀ, ਕਹਿਣ ਲੱਗਾ ਮੈਂ ਤਾਂ ਲਾਵਾਂ ਲਈਆਂ ਨੇ ਭਾਗ ਕੌਰੇ, ਮੈਂ ਤਾਂ ਤੇਰੇ ਨਾਲ ਹੀ ਰਵਾਂਗਾ, ਮੈਂ ਤਾਂ ਲਾਵਾਂ ਲਈਆਂ ਨੇ ਗੁਰੂ ਕੀ ਝੋਰੀ 'ਚ। ਜਦੋਂ ਬੀਬੀ ਨੇ ਇਹ ਆਖਿਆ ਨਾ ਵੀ ਭਾਊ ਤੁਹਾਨੂੰ ਆਪਣਾ ਘਰ ਤੇ ਮੈਨੂੰ ਆਪਣਾ ਘਰ, ਝੰਜੋੜੇ ਗਏ, ਸ਼ਰਮ ਵੀ ਆਉਂਦੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਤਿੰਨਾਂ ਕਾਲਾਂ ਦੀ ਜਾਣਨ ਵਾਲੇ ਨੇ। ਗੁਰੂ ਗੁਰਮੁਖੋ ਜਾਣਦਾ ਤਿੰਨਾਂ ਕਾਲਾਂ ਦੀ ਅੱਗੇ ਕੀ ਹੋਣਾ ਹੈ। ਜਿਹੜਾ ਗੁਰੂ ਤ੍ਰਿਕਾਲਦਰਸ਼ੀ ਹੈ, ਤ੍ਰਿਕਾਲਦਰਸ਼ੀ ਮੁੱਕ ਦੀ ਗੱਲ, ਉਸ ਢਾਬ ਤੇ ਜਾ ਕੇ ਨਾ ਇਸ਼ਨਾਨ ਕੀਤਾ, ਕਿਉਂਕਿ ਗੁਰੂ ਕੇ ਸਿੱਖ ਨੂੰ ਹਦਾਇਤ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਕਰ, ਵਾਹਿਗੁਰੂ ਨੂੰ ਚੇਤੇ ਕਰ। ਵੱਡੇ ਵੱਡੇ ਕਸ਼ਹਿਰੇ ਸਨ, ਹੁਣ ਤਾਂ ਗੁਰਮੁਖੋ ਅਸੀਂ ਕਸ਼ਹਿਰਿਆਂ ਦੇ ਪਹੁੰਚਿਆਂ ਵਰਗੇ ਬਣਾਏ ਹੁੰਦੇ ਨੇ। ਕਸ਼ਹਿਰਾ ਉਂਝ ਵੈਸੇ ਜਾਂਘੀਆ ਹੀ ਹੁੰਦਾ ਹੈ, ਪੈਂਟ ਥੱਲੇ ਜੂ ਪਾਉਣਾ ਹੈ ਵੀ ਵੱਡਾ ਗਿਆਨੀ ਜੀ ਅਮਰ ਦੀ ਮਰਿਆਦਾ ਵੀ ਪੂਰੀ ਕਰਨੀ ਹੈ ਤਾਂ ਕਸ਼ਹਿਰਾ, ਪਰ ਹੈ ਥੋੜਾ ਜਿਹਾ ਪੌਣਾ ਕੁ ਮੀਟਰ। ਕਸ਼ਹਿਰਾ ਗੁਰਮੁਖੋ ਇੱਕ ਪਰਦਾ ਹੈ। ਇਹ ਬੜਾ ਮਹਾਨ ਅੰਗ, ਅੱਜ ਦਾ ਇਹ ਵਿਸ਼ਾ ਨਹੀਂ ਪਈ ਮੈਂ ਇਸ ਪਾਸੇ ਜਾਵਾਂ। ਗੁਰੂ ਕੇ ਸਿੰਘਾਂ ਨੇ ਇਸ਼ਨਾਨ ਕਰਕੇ ਆਪਣੇ ਜਿਹੜੇ ਕਸ਼ਹਿਰੇ ਸਨ ਉਹ ਝਾੜਾਂ ਤੇ ਪਾ ਦਿੱਤੇ। ਤੁਰਕਾਂ ਨੂੰ ਪਤਾ ਚੱਲਿਆ ਵੀ ਇਹ ਗੁਰੂ ਕੇ ਸਿੰਘ ਨੇ ਤੇ ਗੁਰੂ ਇੱਥੇ ਹੋਵੇਗਾ। ਮੁੱਕ ਦੀ ਗੱਲ, ਤੁਰਕਾਂ ਨੇ ਹਮਲਾ ਕਰ ਦਿੱਤਾ।
ਔਰ ਉਸ ਹਮਲੇ ਦੇ ਵਿੱਚੋਂ ਜਿੰਨੇ ਵੀ ਸੰਗ ਉਹਨਾਂ ਦਾ ਨਾਂ ਉੱਥੋਂ ਤੁਸੀਂ ਜਾ ਕੇ ਲੱਭ ਸਕਦੇ ਹੋ, ਨਾਂ ਲਿਖੇ ਉਹਨਾਂ ਨੂੰ, ਗੁਰਮੁਖਾਂ ਸਾਰਿਆਂ ਦੇ, 40 ਦੇ ਸਾਰੇ ਸ਼ਹੀਦ ਹੋ ਗਏ। ਪਰ ਉਹਨਾਂ ਚੋਂ ਅਜੇ 3 ਦੇ ਸਵਾਲ ਚੱਲਦੇ ਹਨ। ਉਹਨਾਂ ਦੇ ਨਾਂ ਲਿਖੇ ਨੇ ਭਾਈ ਰਾਏ ਸਿੰਘ। ਇਹ ਭਾਈ ਰਾਏ ਸਿੰਘ ਬਾਬੇ ਮਨੀ ਸਿੰਘ ਦਾ ਪੁੱਤ ਹੋਇਆ ਹੈ। ਆਪਾਂ ਸਿੰਘਾਂ ਧਿਆਨ ਧਰਿਆ ਕਰੋ ਗੁਰੂ ਕੇ ਸਿੱਖੋ। ਜਿੱਦਣ ਭਾਈ ਮਨੀ ਸਿੰਘ ਸ਼ਹੀਦ ਹੋਇਆ ਨਾ, ਭਾਈ ਮਨੀ ਸਿੰਘ ਦੇ ਨਾਲ 2 ਸਕੇ ਭਰਾ ਸ਼ਹੀਦ ਹੋਏ ਨੇ, ਭੂਪਤ ਸਿੰਘ ਤੇ ਗੱਜਾ ਸਿੰਘ, ਸ਼ਾਇਦ ਮੈਂ ਨਾਮ ਭੁੱਲਦਾ ਰਹਾਂ। ਇੱਕ ਭੂਪਤ ਸਿੰਘ, ਗੁਲਜ਼ਾਰਾ ਸਿੰਘ ਤੇ ਤੀਜਾ ਭਾਈ ਮਨੀ ਸਿੰਘ। ਇਹ 3 ਭਰਾ ਇੱਕ ਦਿਨ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਦਾ ਬੇਟਾ ਰਾਏ ਸਿੰਘ, ਇੱਕ ਭਾਈ ਮਾਨ ਸਿੰਘ ਹੈ ਰਟੌਲ ਨਗਰ ਦਾ, ਮਾਤਾ ਭਾਗ ਕੌਰ ਹੈ। ਅਜੇ ਸਵਾਲ ਚੱਲਦੇ ਹਨ। ਇੱਕ ਪੰਜਾਬੀ ਦੀ ਕਹਾਵਤ ਬੜੀ ਪਿਆਰੀ ਹੈ, ਪੁੱਤ ਭਾਵੇਂ ਕਪੁੱਤ ਹੋ ਜਾਣ ਪਰ ਮਾਪੇ ਕਮਾਪੇ ਨਹੀਂ ਹੁੰਦੇ। ਜਿਹੜੇ ਪੁੱਤ ਨੇ ਨਾ, ਉਹ ਤਾਂ ਭਾਵੇਂ ਕਪੁੱਤ ਹੋ ਜਾਣ ਪਰ ਮਾਪੇ ਕਮਾਪੇ ਨਹੀਂ ਬਣਦੇ। ਮਾਪਿਆਂ ਦਾ ਦਿਲ ਫੇਰ ਵੀ ਪੰਘਰ ਜਾਂਦਾ ਹੈ, ਕੀ ਕਰੀਏ ਆਪਣਾ ਜੋ ਹੋਇਆ। ਤੇ ਗੁਰੂ ਗੋਬਿੰਦ ਸਿੰਘ ਸਾਡਾ ਬਾਪ ਹੈ, ਸਾਡਾ ਬਾਪ ਹੈ। ਅਸੀਂ ਭਾਵੇਂ ਕਪੁੱਤ ਹੋ ਜਾਈਏ, ਗੁਰੂ ਗੋਬਿੰਦ ਸਿੰਘ ਬਾਪ ਹੈ, ਉਹ ਫੇਰ ਵੀ ਸਾਡੇ ਨਾਲ ਪਿਆਰ ਕਰਦਾ ਵੀ ਮੇਰੇ ਆਪਣੇ ਨੇ। ਆਇਆ ਮਾਤਾ ਭਾਗ ਕੌਰ ਇੱਕ ਮੜੇ ਦੇ ਦਰਖਤ ਦੇ ਕੋਲ ਬੇਹੋਸ਼ ਪਈ ਹੈ। ਭਾਈ ਮਾਨ ਸਿੰਘ ਪਿਆ ਹੈ। ਭਾਈ ਰਾਜ ਸਿੰਘ ਦੇ ਮੱਥੇ ਤੇ ਹੱਥ ਫੇਰਿਆ। ਮੱਥੇ ਤੇ ਹੱਥ ਫੇਰਨ ਦੀ ਢੇਰ ਸੀ। ਰਾਜ ਸਿੰਘ ਰੱਬ ਨੂੰ ਪਿਆਰਾ ਹੋ ਗਿਆ, ਸਰੀਰ ਛੱਡ ਗਿਆ। ਭਾਈ ਮਾਨ ਸਿੰਘ ਦੇ ਪ੍ਰਾਣ ਚੱਲਦੇ ਨੇ। ਮਾਤਾ ਭਾਗ ਕੌਰ ਲਾਗੇ ਪਈ ਹੈ। ਕਲਗੀਧਰ ਪਾਤਸ਼ਾਹ ਨੇ ਆਖਿਆ, ਮਾਂ ਸਿਆਂ ਮੈਨੂੰ ਸਿਆਣੇ। ਮਾਨ ਸਿੰਘ ਦਾ ਮਨ ਭਰ ਗਿਆ। ਪਾਤਸ਼ਾਹ ਕਿਵੇਂ ਹੋ ਸਕਦਾ, ਭਲਾ ਪੁੱਤ ਬਾਪ ਨੂੰ ਕਿਵੇਂ ਭੁੱਲ ਸਕਦਾ ਹੈ। ਜਦੋਂ ਇਹ ਗੱਲ ਕਹੀ ਨਾ, ਮੇਰਾ ਪਾਤਸ਼ਾਹ ਦਰਵਿਆ। ਕਿਉਂਕਿ ਆਪਾਂ ਜਾਪ ਸਾਹਿਬ 'ਚ ਪੜ੍ਹਦੇ ਹਾਂ, ਕਰਨਾਲੇ ਹੈ ਔਰ ਕਾਲੇ ਹੈ। ਕਰਨਾਲੇ ਦਾ ਅਰਥ ਹੁੰਦਾ ਰਹਿਮਤ ਦਾ ਘਰ। ਸਾਡਾ ਗੁਰੂ ਰਹਿਮਤ ਦਾ ਘਰ ਹੈ। ਕਹਿਣ ਲੱਗੇ, ਮਾਂ ਸਿਆਂ ਜੋ ਮੰਗਣਾ ਮੰਗ, ਚਾਹਵੇਂ ਤੇ ਤੇਰੀ ਉਮਰ ਮੇਰੀ ਕਰ ਦਿਆਂ, ਜੇ ਚਾਹਵੇਂ ਤੇ ਤੈਨੂੰ ਦੁਨੀਆ ਦੇ ਪਦਾਰਥ ਦੇ ਦਿਆਂ। ਗੁਰੂ ਤੋਂ ਸਦਕੇ ਜਾਣਾ ਪਰ ਮੈਂ ਭਾਈ ਮਾਨ ਸਿੰਘ ਤੋਂ ਵੀ ਸਦਕੇ ਜਾਣਾ ਹੈ, ਜਿਹੜਾ ਫੇਰ ਵੀ ਸੰਭਲ ਗਿਆ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ। ਉੱਠਿਆ ਤਾਂ ਜਾਂਦਾ, ਲੰਮਾ ਪਿਆ ਵਿਚਾਰਾ। ਕਲਗੀਧਰ ਬਾਪੂ ਨੇ ਆਖਿਆ, ਜੇ ਚਾਹੁੰਨਾ ਕਰ ਅਮੀਰ ਦਿਆਂ, ਰਾਜ ਭਾਗ ਤੇ ਤੈਨੂੰ ਜਗੀਰ ਦਿਆਂ, ਕਰ ਕੰਚਨ ਵਾਂਗ ਸਰੀਰ ਦਿਆਂ, ਕੀ ਦਿਲ ਦੀਆਂ ਵਿਉਂਤਾਂ ਲਾਉਣਾ। ਜੇ ਚਾਹੁੰਨਾ ਕਰ ਅਮੀਰ ਦਿਆਂ, ਕਰ ਕੰਚਨ ਵਾਂਗ ਸਰੀਰ ਦਿਆਂ, ਰਾਜ ਭਾਗ ਤੇ ਤੈਨੂੰ ਜਗੀਰ ਦਿਆਂ, ਕੀ ਦਿਲ ਦੀਆਂ ਵਿਉਂਤਾਂ ਲਾਉਣਾ। ਬਾਬੇ ਮਾਨ ਸਿੰਘ ਦਾ ਮਨ ਭਰ ਗਿਆ। ਇਹ ਆਪਾਂ ਇਤਿਹਾਸ ਤਾਂ ਵਾਜਦੇ ਹਾਂ, ਕਿਤੇ ਇਤਿਹਾਸ ਨੂੰ ਵਾਜ ਕੇ ਤੇ ਆਪਾਂ ਵੀ ਗੁਰਮੁਖ ਜਿਹੜਾ ਗੁਰੂ ਨੂੰ ਬਦਾਵਾ ਅੰਦਰੋਂ ਦਿੱਤਾ ਹੈ, ਇਹ ਲੱਪ ਵੜਾ ਦਈਏ। ਕਹਿੰਦਾ ਨਹੀਂ ਰਾਜ ਭਾਗ ਦੀ ਚਾਹ ਦਾਤਾ, ਨਹੀਂ ਰਾਜ ਭਾਗ ਦੀ ਚਾਹ ਦਾਤਾ, ਮੁਕਤੀ ਦਾ ਬਣੀ ਗਵਾਹ ਦਾਤਾ। ਦਿਲ ਸੱਚ ਦੀ ਤਕੜੀ ਹਾੜ ਦਿਓ, ਜੇ ਮਿਹਰ ਅਸਾਂ ਤੇ ਕਰ ਦਿਓ, ਲਿਖਿਆ ਬਦਾਵਾ ਪਾੜ ਦਿਓ। ਨਾ ਰਾਜ ਦੀ ਇੱਛਾ ਹੈ, ਨਾ ਮੁਕਤੀ ਦੀ ਇੱਛਾ ਹੈ। ਬਾਜਾਂ ਵਾਲੇ ਜੇ ਤਰੁੱਠਾਂ ਤੇ ਚਰਨਾਂ ਵਿੱਚ ਥਾਂ ਦੇਈ। ਆਪਾਂ ਵੀ ਸਿੱਖ ਹਾਂ, ਇਹ ਕਿਆ ਕਰੋ, ਰਾਜ ਨਾ ਚਾਹੂੰ
ਮੁਕਤ ਨ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਬਾਜਾਂ ਵਾਲਿਆ ਨਾ ਰਾਜ ਦੀ ਲੋੜ ਹੈ ਤੇ ਨਾ ਮੁਕਤੀ ਦੀ, ਮੈਨੂੰ ਚਰਨਾਂ 'ਚ ਰੱਖੀ। ਤੇ ਜਿੱਥੇ ਕਲਗੀਧਰ ਪਾਤਸ਼ਾਹ ਦੇ ਚਰਨ ਮਿਲ ਗਏ ਗੁਰਮੁਖੋ, ਤੇ ਪਰੇਸ਼ਾਨੀਆਂ ਕਾਹਦੀਆਂ। ਮੇਰੇ ਗੁਰਦੇਵ ਨੇ ਉਸੇ ਮੌਕੇ ਕਾਗਜ਼ ਪਾੜ ਦਿੱਤਾ, ਮਾਤਾ ਭਾਗ ਕੌਰ ਦੇ ਮੱਥੇ ਤੇ ਹੱਥ ਰੱਖਿਆ, ਬੋਲਿਆ ਨਹੀਂ ਗਿਆ। ਮਨ ਭਰ ਗਿਆ। ਕਹਿਣ ਲੱਗੀ, ਮੈਨੂੰ ਪਹਿਲਾਂ ਆਸ ਸੀ ਮੇਰਾ ਨਾਦੀ ਪਿਤਾ ਬੌੜੇਗਾ। ਲਫ਼ਜ਼ ਹੈ ਨਾਦੀ ਪਿਤਾ। ਜਿਹੜੇ ਗੁਰਮੁਖੋ ਆਪਾਂ ਦੁਨਿਆਵੀ ਨਿਯਮ ਦੇ ਮੁਤਾਬਕ ਸਾਡਾ ਜਨਮ ਹੁੰਦਾ ਉਸ ਨੂੰ ਕਹਿੰਦੇ ਆ ਬਿੰਦੀ ਪਿਤਾ। ਸਾਡੀ ਸਾਰਿਆਂ ਦੀ ਬਲਦੀਤ ਹੈ, ਲੇਕਿਨ ਪੰਜਾਂ ਪਿਆਰਿਆਂ ਦੇ ਜਦੋਂ ਅਸੀਂ ਅੰਮ੍ਰਿਤ ਛਕਦੇ ਤੇ ਸਾਨੂੰ ਪੰਜ ਪਿਆਰੇ ਸਮਾਨ ਇੱਕ ਸੁਨੇਹਾ ਦਿੰਦੇ ਨੇ, ਗੁਰਮੁਖੋ ਤੁਹਾਡਾ ਨਾਦੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੀ ਨਾਦੀ ਮਾਤਾ ਮਾਤਾ ਸਾਹਿਬ ਕੌਰ ਜੀ, ਤੇ ਤੁਹਾਡੀ ਜਨਮ ਦੀ ਜਗ੍ਹਾ ਕੇਸਗੜ੍ਹ ਤਖਤ। ਮਾਤਾ ਭਾਗ ਕੌਰ ਕਹਿਣ ਲੱਗੇ, ਬਿੰਦੀ ਪਿਤਾ ਤਾਂ ਬਾਪੂ ਤੁਰ ਗਿਆ, ਪਰ ਮੈਨੂੰ ਚਾਗ ਸੀ ਵੀ ਨਾਦੀ ਪਿਤਾ ਆਵੇਗਾ। ਹਜ਼ੂਰ ਨੇ ਮੱਥਾ ਪੂੰਝਿਆ ਤੇ ਕਹਿਣ ਲੱਗੇ, ਧੀਏ ਤੈਨੂੰ ਪੱਟੀ ਪਹੁੰਚਾ ਦਈਏ, ਝਵਾਲ ਪਹੁੰਚਾ ਦਈਏ, ਕਿਉਂਕਿ ਪਤੀ ਤਾਂ ਤੇਰਾ ਚੜ੍ਹਾਈ ਕਰ ਗਿਆ। ਕਹਿਣ ਲੱਗੀ, ਇਉਂ ਨਾ ਕਰ, ਮੈਂ ਤਾਂ ਬੜੀ ਝਾਕ ਕਰਾ ਕੇ ਆਈ ਹਾਂ ਵੀ ਮੇਰੀ ਇੱਥੇ ਤੇ ਉੱਥੇ ਪੱਤ ਰੱਖੇਗਾ, ਮੈਨੂੰ ਪਿੰਡ ਨਾ ਭੇਜ, ਮੈਨੂੰ ਚਰਨਾਂ 'ਚ ਥਾਂ ਦੇ। ਔਰ ਉਸ ਮਾਤਾ ਭਾਗ ਕੌਰ ਨੇ ਜੀਵਨ ਪਰਯੰਤ ਗੁਰੂ ਘਰ ਦਾ ਪ੍ਰਚਾਰ ਕੀਤਾ। ਔਰ ਇਤਿਹਾਸ ਕਹਿੰਦਾ ਕਿ ਬੀਬੀ ਦੀ ਇੰਨੀ ਉੱਚੀ ਅਵਸਥਾ ਸੀ ਵੀ ਉਹਨੂੰ ਆਪਣੇ ਸਰੀਰ ਦੀ ਸੋਝੀ ਨਹੀਂ ਸੀ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਧੀਏ ਥੋੜਾ ਜਿਹਾ ਦੁਨੀਆਦਾਰੀ ਕਰਿਆ ਕਰ, ਕੱਪੜੇ ਸੰਭਲ ਕੇ ਪਾਇਆ ਕਰ। ਔਰ ਬੀਬੀ ਨੇ ਸਾਡੇ ਵਾਂਗੂ ਲਿਬਾਸ ਪਾਉਣਾ ਸ਼ੁਰੂ ਕੀਤਾ। ਇਹਨੂੰ ਕਿਤੇ ਗਲਤ ਅਰਥ ਨਾ ਕਰਨਾ, ਬੀਬੀ ਦੀ ਸਿਮਰਨ ਦੀ ਇੰਨੀ ਅਵਸਥਾ ਵੀ ਉਹ ਸਾਡੀ ਸੋਚ ਤੋਂ ਬਹੁਤ ਗਾਂਹ ਲੰਘੀ ਸੀ। ਕਿੱਡੀ ਬਲੀ ਹੋਵੇਗੀ ਉਹ ਮਾਤਾ ਭਾਗ ਕੌਰ ਦੀ ਡਾਂਗ ਅੱਜ ਵੀ ਸਾਡੇ ਪੰਥ ਨੇ ਸਾਂਭ ਕੇ ਰੱਖੀ। ਜਿਵੇਂ ਆਪਾਂ ਰਗੜਾ ਲਾਉਣੇ ਨਾ, ਇਹੋ ਜਿਹੀ ਡਾਂਗ ਹੈ। ਤੇ ਮੇਰਾ ਕਿਹਾ ਵੀ ਸਾਨੂੰ ਕਹੇ ਨੇ ਕਿ 5 ਵੇਰਾ ਗਿਆਨੀ ਜੀ ਤਾਂ ਠਾਂ ਕਰਦੇ ਤਾਂ ਸਾਨੂੰ ਕੜਲ ਪੈ ਜਾਣੀ ਹੈ। ਉਹ ਬੀਬੀ ਤਨ ਕਰਕੇ ਵੀ ਮਜ਼ਬੂਤ ਸੀ, ਮਨ ਕਰਕੇ ਵੀ ਮਜ਼ਬੂਤ ਸੀ। ਤੇ ਮੈਂ ਉਸ ਦਿਹਾੜੇ ਤੇ ਕਲਗੀਧਰ ਬਾਪੂ ਨੂੰ ਬੇਨਤੀ ਕਰਾਂਗਾ, ਪਾਤਸ਼ਾਹ ਜਿਵੇਂ ਸਾਡੇ ਵਡੇਰਿਆਂ ਦਾ ਬਦਾਵਾ ਪਾੜਿਆ ਹੀ ਨਾ, ਅਸੀਂ ਵੀ ਉਹੋ ਜਿਹੇ ਭੁੱਲੜ ਸਿੱਖਾਂ, ਸਾਡੇ ਤੇ ਕਿਰਪਾ ਕਰੇ, ਸਾਡੀ ਇੱਥੇ ਤੇ ਉੱਥੇ ਪੱਤ ਰੱਖੀ। ਮੈਂ ਉਹਨਾਂ ਸ਼ਹੀਦਾਂ ਦੇ ਦਿਨ ਤੇ ਤੇਰੇ ਕੋਲ ਮੰਗ ਕਰਦਾ, ਆਪਣੇ ਲਈ ਤੇ ਜਿੰਨੇ ਮੇਰੇ ਭੈਣਾਂ ਭਰਾ ਬੈਠੇ ਸਾਰਿਆਂ ਲਈ। ਇਹ ਮੇਰੀ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਮੰਗ ਹੈ। ਹੁਣ ਨਿਯਮ ਦੇ ਮੁਤਾਬਕ ਗੁਰਮੁਖੀ ਦਾ ਹੁਕਮਨਾਮਾ ਆਇਆ, ਇਹਦੀ ਆਪਾਂ ਵਿਚਾਰ ਸਰਵਣ ਕਰੀਏ। ਹਜ਼ੂਰ ਸਾਰੇ ਤੇ ਰਹਿਮਤਾਂ ਕਰਨ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਸਹਿਜ ਮਿਲਿਆ ਪਰਵਾਣ। ਵਿਦਵਾਨਾਂ ਦੇ ਕਹਿਣ ਮੁਤਾਬਕ ਗੁਰਮੁਖ ਉਹਨਾਂ ਨੇ ਸਹਿਜ ਦੇ 3 ਅਰਥ ਕੀਤੇ ਹਨ। ਸਹਿਜ ਦਾ ਅਰਥ ਹੈ ਟਿਕਾ, ਅਡੋਲਤਾ, ਸ਼ਾਂਤੀ ਤੇ ਗਿਆਨ। ਇਹ ਰਵਾਇਤੀ 3 ਅਰਥ ਹਨ। ਜਿਹੜਾ ਮਨ ਨੂੰ ਅਡੋਲ ਰੱਖਦਾ ਨਾ, ਕਹਿੰਦੇ ਉਹਦਾ ਮਿਲਣਾ ਪ੍ਰਵਾਨ ਹੈ। ਅਡੋਲ ਤੋਂ ਭਾਵ ਕਿਉਂ ਪਿਆ ਆਪਾਂ ਗੁਰਦੁਆਰੇ ਦੇਗ ਵੀ ਕਲਾਰੀ ਤੇ ਮੁੜ ਕੇ ਕਹਿੰਦੇ ਕਬਰ ਤੇ ਮੱਥਾ ਵੀ ਟੇਕ ਆਈਏ। ਨਹੀਂ, ਭਾਵ ਕੇਵਲ ਤੇ ਕੇਵਲ ਇਹ ਗੁਰੂ ਪਰਮੇਸ਼ਰ ਤੇ ਭਰੋਸਾ ਹੋਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਪ੍ਰਵਾਨ ਹੈ, ਉਹ ਲੇਖੇ 'ਚ, ਉਹ ਹਿਸਾਬ ਕਿਤਾਬ ਵਿੱਚ ਹੈ। ਨਾ ਤਿਸ ਮਰਨ ਨਾ ਆਵਣ ਜਾਣ। ਜਿਨ੍ਹਾਂ ਦਾ ਮਨ ਉਡੋਲ ਹੋ ਗਿਆ ਨਾ, ਕਹਿੰਦੇ ਨਾ ਮੁੜ ਕੇ ਮਰਨਾ ਤੇ ਨਾ ਜੰਮਣਾ, ਇਹ ਆਉਣ ਜਾਣ ਦੇ ਚੱਕਰ ਤੋਂ ਰਹਿਤ ਹੋ ਜਾਣਗੇ। ਠਾਕੁਰ ਮਹਿ ਦਾਸ, ਦਾਸ ਮਹਿ ਸੋਏ। ਕਹਿੰਦੇ ਸੁਆਮੀ ਵਿੱਚ ਦਾਸ ਤੇ ਦਾਸਾਂ ਵਿੱਚ ਸੁਆਮੀ। ਠਾਕੁਰ ਦਾ ਅਰਥ ਕੀਤਾ ਸੁਆਮੀ, ਮਾਲਕ। ਦਾਸ ਦਾ ਅਰਥ ਹੈ ਸੇਵਾਦਾਰ। ਜਿਹੜੇ ਸੇਵਾਦਾਰ ਨੇ ਉਹਨਾਂ ਚੋਂ ਸੁਆਮੀ ਤੇ ਸੁਆਮੀ ਨੂੰ ਸੇਵਾਦਾਰ।
ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਸ਼ਮੀਰ ਵਿੱਚ ਗਏ ਤੇ ਸੰਗਤ ਸ਼ਹਿਦ ਲੈ ਕੇ ਆਈ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਲਈ। ਰਸਤੇ 'ਚ ਉਹਨਾਂ ਪੜਾਅ ਕੀਤਾ ਕਿਸੇ ਨਗਰ ਵਿੱਚ, ਉੱਥੇ ਗੁਰੂ ਕਾ ਸਿੱਖ ਰਹਿੰਦਾ ਸੀ, ਭਾਈ ਕੱਟੂ ਦਾ ਨਾਂ ਲਿਖਿਆ। ਉਹਨੂੰ ਸਾਹ ਦਾ ਰੋਗ ਸੀ, ਦਮੇ ਦਾ, ਤੇ ਸਾਹ ਵਾਲੇ ਨੂੰ ਸ਼ਹਿਦ ਬੜਾ ਚੰਗਾ ਹੁੰਦਾ ਹੈ, ਉਧਰ ਠੰਡ ਵੈਸੇ ਵੀ ਜ਼ਿਆਦੀ ਹੈ। ਸ਼ਹਿਦ ਦਾ ਘੜਾ ਪਿਆ ਅਸੀਂ ਭਰਿਆ ਹੋਇਆ, ਤੇ ਭਾਈ ਕੱਟੂ ਕਹਿਣ ਲੱਗਾ ਵੀ ਜੇ ਥੋੜਾ ਜਿਹਾ ਮੈਨੂੰ 2-4 ਚਮਚੇ ਕੌਲੀ 'ਚ ਪਾ ਦਿਓ ਤੇ ਮੈਂ ਵੀ ਚੱਟ ਲਵਾਂ, ਮੇਰਾ ਸਾਹ ਸੌਖਾ ਹੋ ਜਾਏ। ਤੇ ਜਿਵੇਂ ਆਪਣੀ ਅੜਬੰਗ ਬੋਲੀ ਅੱਜ ਵੀ, ਜਾ ਪਰਾਂ, ਪਹਿਲਾਂ ਗੁਰੂ ਨੂੰ ਸ਼ਿਕਾਈ ਕਿ ਤੈਨੂੰ ਤੂੰ ਵੱਡਾ ਚੌਧਰੀ ਆ ਗਿਆ, ਚੁੱਪ ਕਰ। ਲੈ ਗਏ ਸ਼ਹਿਦ। ਗੁਰਦੇਵ ਕਹਿੰਦੇ ਮੈਂ ਨਹੀਂ ਛਕਣਾ। ਅਜੇ ਉਹਨਾਂ ਭਾਂਡਾ ਰੱਖਿਆ ਤੇ ਗੁਰਦੇਵ ਕਹਿੰਦੇ ਮੈਂ ਨਹੀਂ ਛਕਣਾ। ਕਹਿਣ ਲੱਗੇ ਜੀ ਬੜਾ ਸੋਧ ਕੇ ਲਿਆਂਦਾ, ਸਾਫ ਬੜਾ ਨਿਤਰਿਆ, ਤੇ ਕਹਿੰਦੇ ਜਦੋਂ ਮੈਂ ਮੰਗਿਆ ਸੀ ਉਦੋਂ ਦਿੱਤਾ ਨਹੀਂ, ਹੁਣ ਕਹਿੰਦੇ ਛਕ ਲਾ, ਮੈਂ ਨਹੀਂ ਛਕਣਾ। ਕਹਿੰਦੇ ਕਦੋਂ ਮੰਗਿਆ ਸੀ? ਕਹਿੰਦੇ ਕੱਟੂ ਨੇ ਮੰਗਿਆ ਸੀ, ਮੈਂ ਹੀ ਮੰਗਿਆ ਸੀ। ਮੇਰਾ ਰੂਪ ਨੇ ਗੁਰਸਿੱਖ। ਪਹਿਲਾਂ ਕੱਟੂ ਜਦੋਂ ਕਹਿਣ ਲੱਗੇ ਜੀ ਵੇਖੋ ਤਾਂ ਸਹੀ, ਕਹਿਣ ਲੱਗੇ ਵਿਖਾਓ। ਇਹ ਇਤਿਹਾਸ ਜੇ ਇਤਿਹਾਸ ਨਾ ਕਿਹਾ ਵੀ ਗਿਆਨੀ ਜੀ ਟਾਈਮ ਪਾਸ ਕਰਦੇ, ਇਤਿਹਾਸ ਵੀ ਲਿਖਿਆ ਹੈ। ਜਦੋਂ ਕੱਪੜਾ ਲਾ ਕੇ ਵੇਖਿਆ ਤੇ ਵਿੱਚ ਕਿਰਮ ਪੈ ਕੱਚੇ ਹੋ ਗਏ। ਭਾਈ ਕੱਟੂ ਕਹਿਣ ਲੱਗਾ ਕਿਵੇਂ? ਕਹਿੰਦੇ ਜੀ ਗੁਰੂ ਪਾਤਸ਼ਾਹ ਕਹਿੰਦੇ ਕੱਟੂ ਨੂੰ ਸਿਖਾਉਣਾ। ਕਹਿਣ ਲੱਗਾ ਗੁਰੂ ਨੂੰ ਫਿਕਰ ਜੂ ਹੋਇਆ, ਬੱਚੇ ਜੂ ਹੋਏ ਉਹਦੇ। ਭਾਈ ਕੱਟੂ ਨੇ ਸ਼ਹਿਦ ਛਕਿਆ। ਜਦੋਂ ਦੁਬਾਰਾ ਲਿਆਂਦਾ ਤੇ ਕਹਿਣ ਲੱਗਾ ਗੁਰਮੁਖੋ ਮੇਰੇ ਖਾਣ ਦੇ ਯੋਗ ਹੈ। ਇਹ 6ਵੇਂ ਪਾਤਸ਼ਾਹ ਦੀ ਘਟਨਾ ਜੇ। ਮੇਰੇ ਪਾਤਸ਼ਾਹ ਕਹਿੰਦੇ ਜਿਹੜੇ ਸਵਾ ਦਾਸ ਨੇ ਨਾ, ਦਾਸਾਂ 'ਚ ਮਾਲਕ ਹੈ ਤੇ ਮਾਲਕ ਵਿੱਚ ਦਾਸ ਹਨ। ਜਹ ਦੇਖਾ ਤਹ ਅਵਰ ਨਾ ਕੋਏ। ਜਿਨ੍ਹਾਂ ਦਾ ਮਨ ਗਿਆਨਮਾਨ ਹੈ, ਅਡੋਲ ਅਵਸਥਾ 'ਚ, ਕਹਿੰਦੇ ਜਿਹੜੇ ਪਾਸੇ ਵੇਂਦੇ ਨੇ ਉਹਨਾਂ ਨੂੰ ਇੱਕ ਪ੍ਰਮਾਤਮਾ ਦਿਸਦਾ, ਪ੍ਰਮਾਤਮਾ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਹੀ ਨਹੀਂ। ਗੁਰਮੁਖ ਭਗਤ ਸਹਿਜ ਘਰ ਪਾਈਐ। ਗੁਰਮੁਖਾ ਗੁਰੂ ਦੇ ਭੈ 'ਚ ਰਿਹਾ ਕਰ, ਔਰ ਇਸ ਪ੍ਰਕਾਰ ਗੁਰੂ ਦੇ ਭੈ ਵਿੱਚ ਰਹਿਣ ਦੇ ਨਾਲ ਤੇਰਾ ਮਨ ਅਡੋਲ ਹੋ ਜਾਏਗਾ, ਤੇ ਜਿਹੜੇ ਘਰ ਦੀ ਪ੍ਰਾਪਤੀ ਕਰਨੀ ਉਹ ਤੈਨੂੰ ਮਿਲ ਜਾਏਗਾ। ਬਿਨ ਗੁਰ ਭੇਟੇ ਮਾਰੇ ਆਈਐ ਜਾਈਐ। ਪਰ ਪੂਰਨ ਗੁਰੂ ਦੇ ਮਿਲਾਪ ਤੋਂ ਬਿਨਾ ਕਦੇ ਮਰ ਗਏ ਤੇ ਕਦੇ ਜੰਮ ਪੇ ਇਸ ਚੱਕਰ 'ਚ ਪਿਆ ਰਹੇਗਾ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ। ਕਹਿੰਦੇ ਉਸ ਗੁਰੂ ਨੂੰ ਧਾਰਨ ਕਰ ਜਿਹੜਾ ਸੱਚ ਦ੍ਰਿੜ ਕਰਾਉਂਦਾ ਹੈ। ਇਹ ਨਹੀਂ ਵੀ ਲਾਚੀਆਂ ਨੂੰ ਫੂਕਾਂ ਮਾਰ ਕੇ ਕਵੇ ਵੀ ਸਾਰਾ ਟੱਬਰ ਛਕ ਲਓ ਤੁਹਾਡਾ ਗ੍ਰਹਿ ਠਲ ਜਾਏਗਾ। ਬੋਤਲ 'ਚ ਫੂਕਾਂ ਮਾਰੀਆਂ ਤੇ ਇਹ ਕਹਿਣਗੇ ਜੀ ਅੰਮ੍ਰਿਤ ਹੈ ਬੋਤਲ ਵਿੱਚ, ਬਾਬੇ ਨੇ ਫੂਕਾਂ ਮਾਰੀਆਂ। ਬਾਬੇ ਥੁੱਕ ਥੋੜੀ ਅੰਮ੍ਰਿਤ ਹੁੰਦੀ ਹੈ। ਬਾਬਾ ਫੂਕਾਂ ਮਾਰੇਗਾ ਤੇ ਬੋਤਲ ਸਾਂਭ ਕੇ ਰੱਖਣਗੇ। ਭਾਗਾਂ ਵਾਲੀਏ ਇਹ ਬੋਤਲ ਤਾਂ ਰੱਖਦੇ ਬਾਬਿਆਂ ਨੇ ਅੰਮ੍ਰਿਤ ਦਿੱਤਾ ਹੈ। ਅੰਮ੍ਰਿਤ ਨਹੀਂ, ਉਹ ਥੁੱਕ ਹੈ, ਥੁੱਕ। ਅੰਮ੍ਰਿਤ ਉਹ ਹੈ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਕਿਸੇ ਪੋਥੀ 'ਚ ਲਿਖਾ ਦੇ ਵੀ ਬਾਬੇ ਦੀਆਂ ਫੂਕਾਂ ਵਾਲਾ ਜਾਂ ਲਾਚੀਆਂ ਦਾ ਅੰਮ੍ਰਿਤ ਹੈ, ਆਪਾਂ ਭੁੱਲੀ ਜਾਂਦੇ ਆ। ਗੁਰੂ ਸਾਨੂੰ ਸਮੱਤ ਦੇ ਦੇ ਕਿਤੇ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰੂ ਕਰ ਜਿਹੜਾ ਸੱਚ ਤੇਰੇ ਅੰਦਰ ਦ੍ਰਿੜ ਕਰਾਵੇ। ਆਪ ਅੰਮ੍ਰਿਤ ਛਕਿਆ ਨਾ, ਸਾਰੇ ਧਿਆਨ ਦੇ ਜੇ। ਅਸੀਂ ਅੰਮ੍ਰਿਤ ਛਕਿਆ 5 ਵੇਰਾਂ, ਮਾਫ ਕਰਨਾ 15 ਵੇਰਾਂ। 5 ਪਿਆਰੇ ਸਾਹਿਬਾਨਾਂ ਨੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਉਹਨਾਂ ਨੇ ਵਾਹਿਗੁਰੂ ਦ੍ਰਿੜ ਕਰਾਇਆ, ਬੰਦਾ ਦ੍ਰਿੜ ਨਹੀਂ ਕਰਾਇਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰੂ ਕਰ ਜਿਹੜਾ ਸੱਚ ਦ੍ਰਿੜ ਕਰਾਵੇ, ਜਿਹੜਾ ਵਾਹਿਗੁਰੂ ਨਾਲ ਜੋੜੇ। ਅਕਥ ਕਥਾਵੈ ਸ਼ਬਦ ਮਿਲਾਵੈ। ਜਿਹੜੀ ਨਾ ਕਹਿਣ ਵਾਲੀ, ਜਿਹੜੀ ਕਥਾ ਮੁੱਕਣ ਵਾਲੀ ਨਹੀਂ, ਉਹਦੀ ਸੋਝੀ ਦੇ ਦੇ। ਤੇ ਸ਼ਬਦ ਅਰਥ ਹੈ ਬ੍ਰਹਮ, ਜਿਹੜਾ ਬ੍ਰਹਮ ਨਾਲ ਮਿਲਾਪ ਕਰਾ ਦੇਵੇ। ਹਰ ਕੇ ਲੋਗ ਅਵਰ ਨਹੀਂ ਕਾਰਾ। ਜਿਹੜੇ ਭਾਈ ਪਰਮੇਸ਼ਰ ਦੇ ਬੰਦੇ ਨੇ ਨਾ, ਜਿਹੜੇ ਪਰਮੇਸ਼ਰ ਦੇ ਲੋਕ ਨੇ, ਜੀ ਨੇ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ। ਸਾਚੋ ਠਾਕੁਰ ਸਾਚ ਪਿਆਰਾ। ਉਹ ਭਾਈ ਵਾਹਿਗੁਰੂ ਨੂੰ ਆਪਣਾ ਮਾਲਕ ਸਮਝਦੇ ਤੇ ਉਹਦੇ ਨਾਲ ਪਿਆਰ ਕਰਦੇ ਹਨ। ਤਨ ਮਹਿ ਮਨੂਆ ਮਨ ਮਹਿ ਸਾਚਾ। ਕਿਉਂਕਿ ਤਨ ਕਰਕੇ ਮਨ ਬਣੇਗਾ, ਜੇ ਤਨ ਨਹੀਂ ਤੇ ਮਨ ਕਿੱਥੇ।
ਔਰ ਉਹ ਗੁਰਮੁਖ ਜਨ ਜਿਹੜੇ ਨੇ ਜਿਨ੍ਹਾਂ ਸੱਚ ਦ੍ਰਿੜ ਕੀਤਾ ਨਾ, ਉਹਨਾਂ ਦੇ ਮਨ ਵਿੱਚ ਸੱਚਾ ਪਰਮਾਤਮਾ ਅੱਥੇ ਪਰ ਪ੍ਰਪੱਕ ਹੈ, ਦ੍ਰਿੜ ਹੈ। ਸੋ ਸਾਚਾ ਮਿਲ ਸਾਚੇ ਰਾਚਾ। ਕਹਿੰਦੇ ਉਹੋ ਹੀ ਸੱਚਾ ਹੈ ਜਿਹੜਾ ਸੱਚੇ ਪ੍ਰਮਾਤਮਾ ਨਾਲ ਇਕਮਿਕ ਹੋਇਆ ਹੈ। ਰਾਜਾ ਤੋਂ ਭਾਵ ਘੁਲਿਆ ਮਿਲਿਆ ਹੈ। ਸੇਵਕ ਪ੍ਰਭ ਕੈ ਲਾਗੈ ਪਾਏ। ਜਿਹੜੇ ਭਾਈ ਪਰਮੇਸ਼ਰ ਦੇ ਪਿਆਰ ਨੇ ਉਹ ਕੇਵਲ ਤੇ ਕੇਵਲ ਵਾਹਿਗੁਰੂ ਦੇ ਚਰਨੀ ਪੈਂਦੇ ਹਨ। ਸਤਿਗੁਰ ਪੂਰਾ ਮਿਲੈ ਮਿਲਾਏ। ਜਿਹੜਾ ਸਤਿਗੁਰੂ ਆਪ ਪ੍ਰਮਾਤਮਾ ਨਾਲ ਮਿਲਿਆ ਉਹੋ ਹੀ ਮਿਲਾਪ ਕਰਾਵੇਗਾ। ਆਪ ਦਿਖਾਵੈ ਆਪੇ ਦੇਖੈ। ਜਿਹੜਾ ਭਾਈ ਆਪਾਂ ਨੂੰ ਇਹ ਅਨੁਭਵ ਹੁੰਦਾ ਨਾ ਵੀ ਅਰਥਾਂ ਤੇ ਵਾਹਿਗੁਰੂ ਹੈ, ਇਹ ਉਹੋ ਹੀ ਆਪਾਂ ਨੂੰ ਸੋਝੀ ਦੇ ਰਿਹਾ ਹੈ, ਆਪ ਹੀ ਵੇਖਣ ਵਾਲਾ ਹੈ। ਹੱਠ ਨਾ ਪਤੀਜੈ ਨਾ ਬਹੁ ਭੇਖੈ। ਪਿਆਰਿਆਂ ਨਾਲ ਲਿਬਾਸਾਂ ਕਰਕੇ ਤੇ ਨਾ ਜਿੱਦ ਕਰਕੇ ਉਹਦੀ ਪ੍ਰਾਪਤੀ ਹੋਣੀ ਹੈ। ਘੜ ਭਾਂਡੇ ਜਿਨ ਅੰਮ੍ਰਿਤ ਪਾਇਆ। ਸਰੀਰਾਂ ਰੂਪੀ ਭਾਂਡੇ ਕੜਕੇ ਜਿਸ ਪ੍ਰਮਾਤਮਾ ਨੇ ਨਾਮ ਅੰਮ੍ਰਿਤ ਪਾਉਣਾ ਕੀਤਾ ਵਿੱਚ। ਪ੍ਰੇਮ ਭਗਤ ਪ੍ਰਭ ਮਨ ਪਤਿਆਇਆ। ਜਿਨ੍ਹਾਂ ਮੈਂ ਤੋਂ ਪਰਾਂ ਹੋ ਕਰਕੇ ਪ੍ਰਮਾਤਮਾ ਦੀ ਭਗਤੀ ਕੀਤੀ, ਉਹਦਾ ਮਨ ਪਤੀਜ ਗਿਆ, ਉਹਨਾਂ ਨੂੰ ਨੇਚਾ ਆ ਗਿਆ, ਦ੍ਰਿੜ ਹੋ ਗਿਆ। ਪਤਿਆਵੇ ਤੋਂ ਪਾਪ ਪਤੀਜ ਜਾਣਾ, ਦ੍ਰਿੜ ਹੋ ਜਾਣਾ ਮਨ ਵਿੱਚ। ਪੜ ਪੜ ਭੂਲੇ ਚੋਟਾਂ ਖਾਹੇ। ਬੜੀਆਂ ਕਿਤਾਬਾਂ ਪੜੀਆਂ ਤੇ ਮਾਣ ਹੋ ਗਿਆ, ਪਰ ਕਹਿੰਦੇ ਇਸ ਹੰਕਾਰ ਕਰਕੇ ਚੋਟਾਂ ਖਾਂਦੇ ਹਨ। ਬਹੁਤ ਸਿਆਣਪ ਆਵੇ ਜਾਹੇ। ਜਿਹੜਾ ਤੂੰ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾ, ਇਹਦੇ ਨਾਲ ਆਉਣ ਜਾਣ ਦਾ ਚੱਕਰ ਬਣਿਆ ਰਹੇਗਾ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਚੱਲੇ ਨਾਲ। ਨਾਮ ਜਪੈ ਪਉ ਭੋਜਨ ਖਾਏ। ਜਿਹੜੇ ਗੁਰਮੁਖ ਪਿਆਰ ਨੇ, ਗੁਰਮੁਖੋ ਨਾਮ ਜਪਦੇ ਨੇ ਤੇ ਪ੍ਰਮਾਤਮਾ ਦਾ ਡਰ ਰੱਖਣਾ, ਇਹੋ ਹੀ ਉਹਨਾਂ ਦਾ ਭੋਜਨ ਹੈ, ਖੁਰਾਕ ਹੈ। ਗੁਰਮੁਖ ਸੇਵਕ ਰਹੇ ਸਮਾਏ। ਗੁਰੂ ਦੇ ਸਨਮੁਖ ਹੋ ਕਰਕੇ ਸੇਵਾ ਕੀਤੀ ਤੇ ਉਹਦੇ ਵਿੱਚ ਅਮਰਜ ਹੋ ਗਏ, ਇਕਮਿਕ ਹੋ ਗਏ, ਅਭੇਦ ਹੋ ਗਏ। ਪੂਜ ਸਿਲਾ ਤੀਰਥ ਬਨ ਵਾਸਾ। ਪੱਥਰਾਂ ਦੀ ਪੂਜਾ ਕੀਤੀ, ਤੀਰਥਾਂ ਤੇ ਗਏ, ਜੰਗਲਾਂ 'ਚ ਟਿਕਾ ਰੱਖਿਆ ਆਪਣਾ। ਭਰਮਤ ਡੋਲਤ ਭਏ ਉਦਾਸਾ। ਉਹ ਕਹਿੰਦੇ ਮਹਿਮਾ ਵਿੱਚ ਪੈ ਕਰਕੇ ਡੋਲੀ ਜਾਂਦੇ ਤੇ ਮਨ ਉਦਾਸ ਹੈ, ਪਤਾ ਨਹੀਂ ਗੱਲ ਬਣੇ ਜਾਂ ਨਾ ਬਣੇ। ਮਨ ਮੈਲੈ ਸੁਚਾ ਕਿਉਂ ਹੋਏ। ਇਹ ਪਿਆਰਾ ਜਿਹੜਾ ਮਨ ਮੈਲਾ ਸੁੱਚਾ ਕਿਵੇਂ ਹੋਵੇਗਾ, ਪਹਿਲਾਂ ਮਰੀ ਦੱਸਦੇ ਨੇ, ਅੱਗੇ ਇਲਾਜ ਦੱਸਣਗੇ। ਸਾਚ ਮਿਲੈ ਪਾਵੈ ਪਤ ਸੋਏ। ਜਦੋਂ ਗੁਰਮੁਖਾ ਸੱਚੇ ਪ੍ਰਮਾਤਮਾ ਨਾਲ ਮਿਲ ਗਿਆ ਤੇ ਫਿਰ ਤੇਰੀ ਪਤ ਹੈ, ਫਿਰ ਸਤਕਾਰ ਹੈ। ਜਿਵੇਂ ਆਪਾਂ ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਇਸੇ ਤਰ੍ਹਾਂ ਜੈ ਦੇਵ ਦਾ ਸਤਕਾਰ ਕਰਦੇ ਹਾਂ। ਆਚਾਰਾ ਵਿਚਾਰ ਸਰੀਰ। ਸਾਰਿਆਂ ਤੋਂ ਵੱਡਾ ਗੁਰਮੁਖਾ ਖਿਲਾ ਕੇ ਵੀ ਉਹਦਾ ਪ੍ਰਮਾਤਮਾ ਤੇਰੇ ਅੰਦਰ ਹੈ, ਇਸ ਗੱਲ ਨੂੰ ਸਮਝਣਾ ਕਰ। ਆਦ ਜੁਗਾਦ ਸਹਿਜ ਮਨ ਧੀਰ। ਜਿਹੜਾ ਜੁਗਾਂ ਤੋਂ ਪ੍ਰਮਾਤਮਾ ਤੇ ਆਦੀ ਹੈ ਨਾ, ਉਸ ਪ੍ਰਮਾਤਮਾ 'ਚ ਆਪਣਾ ਮਨ ਜੋੜ ਤੇ ਹੌਸਲਾ ਰੱਖਣਾ ਕਰ। ਪਲ ਪੰਕਜ ਮਹਿ ਕੋਟ ਉਧਾਰੇ। ਪਲ ਪੰਕਜ ਦਾ ਅਰਥ ਹੈ ਵੀ ਅੱਖ ਦੇ ਚਮਕਣ ਵਿੱਚ, ਅੱਖ ਦੇ ਚਮਕਣ ਦੇ ਵਿੱਚ ਗੁਰੂ ਨੇ ਅਨੇਕਾਂ ਦਾ ਕਲਿਆਣ ਕਰ ਦਿੱਤਾ, ਕਰੋੜਾਂ ਦਾ ਆਧਾਰ ਕਰ ਦਿੱਤਾ। ਜਿਵੇਂ ਵਿਦਵਾਨ ਵੀਰ ਇੱਕ ਪੰਕਤੀ ਪੜ੍ਹਦੇ ਨੇ, ਤਾਰੇ ਗਿਣੇ ਜਾਲ ਤੇਰੇ ਤਾਰੇ ਨਾ ਗਣਾਤ ਹੈ। ਇਹ ਮੇਰੇ ਗੁਰਦੇਵ, ਸ਼ਾਇਦ ਕੋਈ ਤਾਰਿਆਂ ਦੀ ਗਿਣਤੀ ਕਰਦੇ, ਪਰ ਗੁਰੂ ਨਾਨਕ ਪਾਤਸ਼ਾਹ ਜਿੰਨਿਆਂ ਨੂੰ ਤੂੰ ਤਾਰਿਆ ਉਹ ਨਹੀਂ ਗਣੇ ਜਾਣੇ। ਆਪਾਂ ਕਹਾਂਗੇ ਗਿਆਨੀ ਜੀ ਕੰਪਿਊਟਰ ਦਾ ਯੁੱਗ ਹੈ, ਅਸੀਂ ਤਾਂ ਉਦੋਂ ਤੋਂ ਗਿਣਤੀ ਕਰ ਲਾਂਗੇ। ਗੁਰਮੁਖੋ ਮੰਨ ਲੈਨੇ ਤੁਹਾਡੀ ਗੱਲ ਵੀ ਤੁਸੀਂ ਕੰਪਿਊਟਰ ਨਾਲ ਗਿਣਤੀ ਕਰ ਲਓਗੇ, ਜਿਹੜੇ ਅੱਗੇ ਤਾਰਨੇ ਨੇ ਉਹਨਾਂ ਦੀ ਗਿਣਤੀ ਕਿਵੇਂ ਕਰ ਲਓਗੇ? ਇਹ ਥੋੜਾ ਵੀ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਮੁੱਕ ਗਈ ਹੈ। ਤੁਹਾਡੇ ਕੋਲ ਕੰਪਿਊਟਰ ਹੈ, ਬੜੇ ਪੜ੍ਹੇ ਲਿਖੇ, ਤੁਹਾਡੇ ਕੋਲ ਸਾਇੰਸ ਦਾ ਪ੍ਰਭਾਵ ਹੈ, ਨਹੀਂ ਗਿਣੇ ਜਾਣੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਮੇਰੇ ਗੁਰਦੇਵ ਨੇ ਅੱਖ ਦੇ ਚਮਕਣ ਵਿੱਚ ਕਰੋੜਾਂ ਦਾ ਕਲਿਆਣ ਕੀਤਾ। ਕਰ ਕਿਰਪਾ ਗੁਰ ਮੇਲ ਪਿਆਰੇ। ਅਖੀਰ ਵਿੱਚ ਬੇਨਤੀ ਕਰੀਏ, ਪਾਤਸ਼ਾਹ ਜੀ ਕਰੋੜਾਂ ਦਾ ਆਧਾਰ ਕੀਤਾ ਨਾ, ਤੇ ਸਾਡੇ ਤੇ ਵੀ ਕਿਰਪਾ ਕਰ, ਸਾਨੂੰ ਆਪਣੇ ਨਾਲ ਮਿਲਾ ਲਾ। ਕਿਸ ਆਗੈ ਪ੍ਰਭ ਤੁਧ ਸਾਲਾਹੀ। ਇਹ ਵਾਹਿਗੁਰੂ ਤੂੰ ਸਾਰਿਆਂ ਤੋਂ ਵੱਡਾ, ਤੇ ਇਸ ਕਰਕੇ ਤੇਰੇ ਤੋਂ ਬਿਨਾ ਕਿਹਦੀ ਸਿਫਤੋਂ ਸਲਾਹ ਕਰੀਏ। ਮੈਂ ਤਾਂ ਤੇਰੇ ਅੱਗੇ ਬੇਨਤੀ ਕਰਨਾ, ਤਾਈਓ ਤਾਂ ਆਪ ਅਰਦਾਸ ਕਰ ਲੱਗਿਆ, ਪੌੜੀ ਪੜਦੇ, ਤੂੰ ਠਾਕਰ ਤੁਮ ਪਏ ਅਰਦਾਸ। ਤੁਧ ਬਿਨ ਦੂਜਾ ਮੈਂ ਕੋ ਨਾਹੀ। ਇਹ ਵਾਹਿਗੁਰੂ ਲੋਕੀ ਜਿੰਨਿਆਂ ਨੂੰ ਮਰਜ਼ੀ ਮੰਨੀ ਜਾਣ,
ਪਰ ਮੈਨੂੰ ਤੇਰੇ ਤੋਂ ਬਿਨਾ ਕੋਈ ਦੂਜਾ ਲੱਭਦਾ ਹੀ ਨਹੀਂ, ਤੇਰੇ ਤੋਂ ਬਿਨਾ ਕੋਈ ਤੇਰੇ ਬਰਾਬਰ ਹੈ ਹੀ ਨਹੀਂ। ਤੇਰਾ ਸ਼ਰੀਕ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਜਿਉ ਤੁਧ ਭਾਵੈ ਤਿਉ ਰਾਖ ਰਜਾਏ। ਹੁਣ ਇੱਕ ਮੇਰੀ ਬੇਨਤੀ ਵੀ ਪਾਤਸ਼ਾਹ ਮੇਰੀ ਮਰਜ਼ੀ ਨਾ ਮੰਨੀ, ਜਿਵੇਂ ਮੈਂ ਕਹਿੰਦਾ ਮੇਰੀ ਨਾ ਮੰਨੀ, ਜਿਵੇਂ ਤੈਨੂੰ ਚੰਗਾ ਲੱਗਦਾ ਨਾ ਆਪਣੇ ਹੁਕਮ ਦੇ ਮੁਤਾਬਕ ਆਪਣੀ ਰਜ਼ਾ ਦੇ ਮੁਤਾਬਕ ਮੈਨੂੰ ਉਵੇਂ ਰੱਖਣਾ ਕਰ। ਨਾਨਕ ਸਹਿਜ ਭਾਏ ਗੁਣ ਗਾਏ। ਤੇ ਜਿਵੇਂ ਪਿਓ ਆਪਣੇ ਪੁੱਤਰ ਨੂੰ ਦਿਲਾਸਾ ਦਿੰਦਾ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਹਿੰਦੇ ਪੁੱਤਰਾ ਹੌਸਲਾ ਕਰ, ਕੋਈ ਨਹੀਂ ਐਵੇਂ ਗੱਲ ਬਣ ਜਾਏਗੀ, ਪਰ ਥੋੜੀ ਜਿਹੀ ਖੇਚਲ ਕਰ ਕੀ ਨਾਨਕ ਸਹਿਜ ਭਾਏ ਗੁਣ ਗਾਏ। ਤੂੰ ਮਨ ਨੂੰ ਅਡੋਲ ਕਰਕੇ ਭਾਵਨਾ ਦੇ ਸਹਿਤ ਉਹਦੇ ਗੁਣ ਗਾਇਆ ਕਰ। ਜਿਵੇਂ ਤੂੰ ਦੇ ਬੇਨਤੀ ਕੀਤੀ ਉਹ ਪਰਿਪੂਰਨ ਪ੍ਰਮਾਤਮਾ ਤੇਰੀ ਬੇਨਤੀ ਨੂੰ ਸਵੀਕਾਰ ਕਰ ਲਏਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਇਹ ਗੁਰੂ ਕਾ ਸਥਾਨ ਸਾਡੇ ਜੀਵਨ ਦਾ ਅੰਗ ਬਣੇ। ਤੇ ਵਾਹਿਗੁਰੂ ਸਾਨੂੰ ਆਪਣੀ ਰਜ਼ਾ 'ਚ ਰੱਖੀ, ਭਾਣੇ 'ਚ ਰੱਖੀ। ਇਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ। ਪੁੱਲਾਂ ਚੁੱਕਾਂ ਦੀ ਮੁਆਫੀ ਜੀ। ਕਿਸ ਆਗੈ ਪ੍ਰਭ ਤੁਧ ਸਾਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ। ਜਿਉ ਤੁਧ ਭਾਵੈ ਤਿਉ ਰਾਖ ਰਜਾਏ। ਨਾਨਕ ਸਹਿਜ ਪਾਏ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।